ਬੰਦੋ ਬਾਰ ਬਾਰ ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬੇਗਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਜਨਨੀ ਹਿਰਦੇ ਪ੍ਰਤੀਖਤੀ ਚਹਿ ਦੇਖਨ ਮੁਖ ਚੰਦ। ਸ਼ਸਤਰ ਬਸਤਰ ਸੰਯੁਕਤ ਤਿਮ ਗੇ ਸ਼੍ਰੀ ਹਰਿ ਗੋਵਿੰਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। परम सन्मान ते सत्कारयोग गुरु की साजी और निवाजी हुई। गुरु का खास रूप गुरु खालसा साध संगत जीओ वड्डिया भागां वाले हो। दीन दुनिया दे मालक जगत गुरु श्री गुरु ग्रंथ साहिब जी की पवित्र हजूरी च हाजरियां भर के ਸਾਹਿਬ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਨਤਮਸਤਕ ਹੋ ਕੇ ਆਪਣਾ ਸਮਾਂ ਗੁਰੂ ਲੇਖੇ ਲਾ ਕੇ ਸਫਲਾ ਬਣਾ ਰਹੇ ਹੋ। ਗਰੀਬ ਨਵਾਜ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਦੇਨ ਦੁਨੀ ਦਾ ਪਾਤਸ਼ਾਹ ਪਾਤਸ਼ਾਹਾਂ ਪਾਤਸ਼ਾਹ ਅਡੋਲਾ ਸਤਿਗੁਰੂ श्री गुरु हरगोबिंद साहब जी के जीवन की गाथा इतिहास की कथा बहुत ही अदब सत्कार सहित आप जी सरवण कर रहे। छेवें पातशाह जी महाराज जी ने हुक्मनामे भेज के संगतां नूं सद्दिया है। 10वीं सुधी अषाढ़ वाले दिन अषाढ़ सुधी 10वीं वाले दिन श्री अकाल तख्त साहब ते सज के गुरुदेव ने मीरी पीरी दियां तलवारां गात्रे धारण कीतियां हन। सिखां दे पुछण ते कि महाराज आम योधे सूरमे जिन्हां सिखां ने शस्त्र ते घोड़े भेटा कीते उन्हां ते गुरु हरगोबिंद साहब ने बहुत खुशियां कीतियां। सारी संगत विच ये गल बिदत हो गई प्रगट हो गई कि सतगुरु जी उन्हां ते खुश हुंदे आ जिहड़े शस्त्र ते घोड़े भेटा करदे ने। अगे तो गुरुदेव लई सोहणे घोड़े ते सोहणे शस्त्र लैके हाज़र होवांगे। हुक्मनामे भेजे ने दुआबे विच मालवे ते माझे विच कि जिन्हां ने गुरु की फौज विच भर्ती होना होवे वो आके शस्त्रधारी हो के गुरु के सूरमिਆਂ विच भर्ती होवन। उन्हां नूं रोजीना भी मिलेगा तनखाहां भी मिलणगीਆਂ परिवार दे गुजारे वास्ते। सतगुरु जी का यह हुक्म भी फिर गया। फिर दूसरा हुक्म किया कि जिन्हां ने कोई चंगे घोड़े वेचने ने जां शस्त्र वेचने ने वो भी गुरु घर आ सकते हैं। उन्होंने सद्दा है चंगे चंगे घोड़े लैके आउण चंगे चंगे हथियार शस्त्र लैके आउण उन्होंने चंगा मुल दे के असीं भेजांगे।
ਤੋ ਮਹਾਰਾਜ ਜੀ ਦਾ ਹੁਕਮ ਸੁਣ ਕੇ ਬੜੇ ਬੜੇ ਘੋੜਿਆਂ ਦੇ ਸੁਦਾਗਰ, ਸ਼ਸਤਰਾਂ ਦੇ ਵਪਾਰੀ ਵੀ ਗੁਰੂ ਘਰ ਵਿੱਚ ਆਉਣ ਲੱਗੇ ਹਨ। ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਅੰਤ ਸੰਗਤਾਂ ਇਕੱਤਰ ਹੋਈਆਂ ਹਨ। ਅਸਾੜ ਸੁਦੀ ਦਸਵੀਂ ਵਾਲੇ ਦਿਨ ਜਿਤਨੀਆਂ ਸੰਗਤਾਂ ਆਈਆਂ ਸਭ ਨੇ ਗੁਰਦੇਵ ਦੇ ਚਰਨਾਂ ਤੇ ਨਤਮਸਤਕ ਹੋ ਕੇ ਅਨੇਕ ਪ੍ਰਕਾਰ ਦੀਆਂ ਭਟਾਵਾਂ ਚੜਾਈਆਂ ਨੇ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ। 2 ਪਹਿਰਾਂ ਤੱਕ ਸਤਿਗੁਰੂ ਜੀ ਨੇ ਦੀਵਾਨ 'ਚ ਸੰਗਤ ਨੂੰ ਦਰਸ਼ਨ ਦਿੱਤੇ ਨੇ। ਉਪਰੰਤ ਦੀਵਾਨ ਦੀ ਸਮਾਪਤੀ ਕਰਕੇ ਉੱਠੇ ਨੇ, ਘੋੜੇ ਤੇ ਸਵਾਰ ਹੋ ਕੇ ਆਪਣੇ ਮਹਿਲਾਂ 'ਚ ਚੱਲੇ ਨੇ। ਮਾਤਾ ਗੰਗਾ ਜੀ ਨੂੰ ਜਾ ਕੇ ਦਰਸ਼ਨ ਦੇ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੀ ਕਲਿਆਣਕਾਰੀ ਕਥਾ ਸਰਵਣ ਕਰੀਏ। ਮੇਰੀ ਪੀਰੀ ਦੇ ਮਾਲਕ ਸਤਿਗੁਰੂ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਸਮੂਹ ਮਾਈ ਭਾਈ ਆਪਣੀ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਜਨਨੀ ਰਿਧਿ ਪ੍ਰਤੀਖਤੀ ਚਹਿ ਦੇਖਨ ਮੁਖ ਚੰਦ। ਮਾਤਾ ਜੀ ਘਰ ਵਿੱਚ ਉਡੀਕ ਕਰ ਰਹੇ ਸਨ ਕਿ ਅੱਜ ਸਤਿਗੁਰੂ ਜੀ ਨੇ ਅਕਾਲ ਤਖਤ ਸਾਹਿਬ ਵਿਖੇ ਦਰਸ਼ਨ ਦਿੱਤੇ ਨੇ, ਸ਼ਸਤਰ ਧਾਰਨ ਕੀਤੇ ਨੇ। ਕਦੋਂ ਘਰ ਆਵਣ ਤੇ ਮੈਂ ਉਹਨਾਂ ਨੂੰ ਸ਼ਸਤਰਧਾਰੀ ਸਰੂਪ ਵਿੱਚ ਵੇਖਾਂ। ਤੋ ਮਾਤਾ ਜੀ ਉਡੀਕ ਕਰ ਰਹੇ ਸਨ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚੰਦਰਮਾ ਜੈਸੇ ਮੁਖੜੇ ਦੇ ਦਰਸ਼ਨ ਕਰਨ ਦੀ ਇੱਛਾ ਰੱਖ ਕੇ। ਸ਼ਸਤਰ ਬਸਤਰ ਸੰਯੁਕਤ ਤਿਮ ਗੇ ਸ਼੍ਰੀ ਹਰਗੋਬਿੰਦ। ਮਾਤਾ ਜੀ ਉਡੀਕ ਰਹੇ ਸਨ ਕਿ ਇਹਨੇ ਨੂੰ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਸ਼ਸਤਰਾਂ ਬਸਤਰਾਂ ਦੇ ਸੰਯੁਕਤ ਆਪਣੇ ਮਹਿਲਾਂ ਵਿੱਚ ਆਏ ਨੇ ਤੇ ਸਤਿਕਾਰਯੋਗ ਮਾਤਾ ਗੰਗਾ ਜੀ ਨੂੰ ਆ ਕੇ ਸਤਿਗੁਰੂ ਜੀ ਨੇ ਦਰਸ਼ਨ ਦਿੱਤੇ ਹਨ। ਚੌਪਈ ਦੇਖ ਦੂਰ ਤੇ ਸੁਤ ਕੀ ਸ਼ੋਭਾ। ਆਪਣੇ ਸਾਹਿਬਜ਼ਾਦੇ ਦੀ ਸੋਭਾ ਦੂਰੋਂ ਹੀ ਮਾਤਾ ਜੀ ਨੇ ਵੇਖੀ। ਜਦੋਂ ਸਤਿਗੁਰੂ ਜੀ ਆ ਰਹੇ ਨਾ ਮਹਿਲਾਂ ਵਿੱਚ ਆ ਕੇ ਪ੍ਰਵੇਸ਼ ਕੀਤਾ, ਮਾਤਾ ਜੀ ਸਜੇ ਬੈਠੇ ਸੀ। ਛੇਵੇਂ ਪਾਤਸ਼ਾਹ ਨੂੰ ਸੋਹਣੇ ਸ਼ਸਤਰਾਂ ਬਸਤਰਾਂ ਸਹਿਤ ਜਗਾ ਕਲਗੀ ਦੇ ਸਹਿਤ ਸਜਿਆ ਧਜਿਆ ਜਦੋਂ ਮਾਤਾ ਜੀ ਨੇ ਵੇਖਿਆ ਹੈ, ਮਨੋ ਆਨੰਦ ਕੀ ਆਵਤ ਗੋਬਾ। ਮਾਤਾ ਜੀ ਇਦਾਂ ਪ੍ਰਸੰਨ ਹੋਏ ਕਿ ਮਾਨੋ ਜਿਵੇਂ ਮਾਤਾ ਜੀ ਵਾਸਤੇ ਆਨੰਦ ਦੀ ਗੋਬਾ ਕਹਿੰਦੇ ਨੇ ਲਗਰ ਨੂੰ, ਜਿਵੇਂ ਕੋਈ ਨਵੀਂ ਲਗਰ ਫੁੱਟਦੀ ਹੈ ਨਾ ਕਿਸੇ ਦਰਖਤ ਵਿੱਚੋਂ, ਇਦਾਂ ਮਾਨੋ ਮਾਤਾ ਜੀ ਵਾਸਤੇ ਤਾਂ ਆਨੰਦ ਦੀ ਕੋਈ ਲਗਰ ਹੀ ਜਿਹੜੀ ਹੈ ਉਹ ਕਲੀ ਫੁੱਟ ਕੇ ਸਾਹਮਣੇ ਆ ਰਹੀ ਹੈ। ਨਿਕਟ ਪਹੁੰਚ ਕਰ ਬੰਧਨ ਠਾਨੀ। ਮਾਤਾ ਜੀ ਦੇ ਕੋਲ ਆ ਕੇ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਨੇ ਬੜੇ ਅਦਬ ਨਾਲ ਸਤਕਾਰ ਨਾਲ ਬੰਦਨਾ ਕੀਤੀ ਆ, ਮੱਥਾ ਟੇਕਿਆ ਹੈ। ਆਸ਼ਿਕ ਦੀਨ ਕਈ ਮ੍ਰਿਦਬਾਨੀ। ਮਾਤਾ ਜੀ ਨੇ ਅਸੀਸ ਦਿੱਤੀ ਹੈ, ਪੂਤਾ ਮਾਤਾ ਕੀ ਆਸੀਸ ਨਿਵਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਐਸੀ ਅਸੀਸ ਮਾਤਾ ਜੀ ਨੇ ਬਖਸ਼ਿਸ਼ ਕੀਤੀ ਹੈ। ਚਿਤਰਤ ਜ਼ਰੀ ਮਖਮਲੀ ਮੜਿਓ। ਕਹਿੰਦੇ ਮਾਤਾ ਜੀ ਜਿੱਥੇ ਬੈਠੇ ਨੇ ਉੱਥੇ ਸੋਹਣੇ ਗਿਲਮ ਗਲੀਚੇ ਵਿਛੇ ਹੋਏ ਨੇ, ਬੜੀ ਸੋਹਣੀ ਕਢਾਈ ਕੱਢੀ ਹੋਈ ਆ ਉਹਨਾਂ ਤੇ, ਬਹੁਤ ਸੋਹਣੀ ਚਿੱਤਰਕਾਰੀ ਕੀਤੀ ਹੋਈ ਹੈ। ਅੰਤਰ ਤੇ ਦਾਸੀ ਦ੍ਰੁਤ ਕੱਢਿਓ। ਅੰਦਰੋਂ ਦਾਸੀ ਇੱਕ ਬੜੀ ਸੋਹਣੀ ਪੁਸ਼ਾਕ ਲੈ ਕੇ ਆਈ ਹੈ ਜਿਹਦੇ ਤੇ ਬਹੁਤ ਸੋਹਣੀ ਚਿੱਤਰਕਾਰੀ ਕੀਤੀ ਹੋਈ, ਕਢਾਈ ਕੱਢੀ ਹੋਈ ਹੈ। ਬੈਠ ਮੋਰੇ ਪਰ ਟਿਗ ਮਾਤਾ। ਤੇ ਸਾਹਮਣੇ ਉਹ ਮੋਢੇ ਦੇ ਉੱਤੇ ਵਿਛਾ ਦਿੱਤਾ ਹੈ ਕੱਪੜਾ। ਸਤਿਗੁਰੂ ਜੀ ਪਲੰਗੇ ਤੇ ਬੈਠੇ ਨੇ ਤੇ ਮਾਤਾ ਜੀ ਇੱਕ ਮੂੜਾ ਹੁੰਦਾ ਬਣਿਆ ਜਿਹਦੇ ਤੇ ਬਹੁਤ ਸੋਹਣੀ ਕਢਾਈ ਕੱਢੀ, ਉਹਦੇ ਤੇ ਬੈਠੇ ਹਨ। ਬੋਲੀ ਆਨੰਦ ਮੇ ਨੇ ਗਾਤਾ। ਮਾਤਾ ਜੀ ਦੇ ਹਿਰਦੇ 'ਚ ਅੱਜ ਇੰਨਾ ਆਨੰਦ ਹੈ ਕਿ ਉਹ ਆਨੰਦ ਮਾਤਾ ਜੀ ਦੇ ਹਿਰਦੇ 'ਚ ਮੇਵਦਾ ਨਹੀਂ ਹੈ। ਆਪਣੇ ਅੰਦਰ ਦੀ ਖੁਸ਼ੀ ਨੂੰ ਪ੍ਰਗਟ ਕਰਦਿਆਂ ਮਾਤਾ ਜੀ ਬੋਲੇ, ਕੋ ਸੁਤ ਸੰਗਤ ਕੀ ਤਕਿਆਈ। ਪੁੱਛਦੇ ਨੇ ਲਾਲ ਜੀ ਅੱਜ ਦਰਸ਼ਨ ਦੇ ਕੇ ਆਇਓ ਸੰਗਤ ਨੂੰ, ਦੱਸੋ ਖਾਂ ਸੰਗਤ ਕਿਤਨੀ ਕੁ ਆਈ ਹੈ। ਕਿੰਨੀਆਂ ਕੁ ਸੰਗਤਾਂ ਗੁਰੂ ਘਰ ਵਿੱਚ ਅੱਜ ਇਕੱਤਰ ਹੋਈਆਂ ਸਨ। ਦੇਸ਼ਨ ਕੇ ਮਸੰਦ ਸਮੁਦਾਈ। ਬਹੁਤ ਸਾਰੇ ਦੇਸ਼ਾਂ ਦੇ ਗੁਰੂ ਘਰ ਦੇ ਜਿਹੜੇ ਮਸੰਦ ਨੇ
ਉਹ ਸਭ ਚੱਲ ਕੇ ਆਏ ਹਨ। ਲੈ ਉਪਹਾਰਨ ਮਿਲੇ ਕਿ ਨਾਈ। ਉਹ ਜਿਹੜੇ ਮਸੰਦ ਆਏ ਨੇ ਉਹ ਭੇਟਾਵਾਂ ਲੈ ਕੇ ਆਪ ਜੀ ਨੂੰ ਮਿਲੇ ਨੇ ਜਾਂ ਨਹੀਂ ਮਿਲੇ। ਜਿਮ ਪੂਰਬ ਤੁਮ ਪਿਤ ਕੇ ਪਾਈ। ਜਿਵੇਂ ਤੁਹਾਡੇ ਪਿਤਾ ਜੀ ਦੇ ਪਾਸ ਉਹ ਸਾਰੇ ਮਸੰਦ ਅਨੇਕ ਪ੍ਰਕਾਰ ਦੀਆਂ ਭੇਟਾਵਾਂ ਲੈ ਕੇ ਸੰਗਤਾਂ ਨੂੰ ਨਾਲ ਲੈ ਕੇ ਤੁਹਾਡੇ ਪਿਤਾ ਜੀ ਨੂੰ ਮਿਲਦੇ ਸਨ, ਕਿ ਉਸੇ ਤਰ੍ਹਾਂ ਤੁਹਾਨੂੰ ਮਿਲੇ ਨੇ ਆ ਕੇ? ਏਦਾਂ ਮਾਤਾ ਜੀ ਪੁੱਛਦੇ ਨੇ। ਸ਼੍ਰੀ ਹਰਿ ਗੋਬਿੰਦ ਸਕਲ ਬਤਾਇਓ। ਜਦੋਂ ਮਾਤਾ ਜੀ ਨੇ ਸਵਾਲ ਕੀਤੇ ਤੇ ਸੁਣ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੋਲੇ। ਸਾਰਾ ਪ੍ਰਸੰਗ ਮਾਤਾ ਜੀ ਨੂੰ ਸੁਣਾਉਂਦਿਆਂ ਕਹਿਣ ਲੱਗੇ, ਬ੍ਰਿੰਦ ਮਸੰਦਨ ਕੋ ਸਭ ਆਇਓ। ਕਹਿਣ ਲੱਗੇ ਮਾਤਾ ਜੀ ਬਹੁਤ ਸਾਰੇ ਮਸੰਦ ਜਿਹੜੇ ਗੁਰੂ ਘਰ ਦੇ ਨਵੇਂ ਪੁਰਾਣੇ ਮਸੰਦ ਨੇ ਉਹ ਸਾਰੇ ਇਕੱਠੇ ਹੋ ਕੇ ਚੱਲ ਕੇ ਆਏ ਸਨ। ਅਧਿਕ ਦੂਰ ਨਹਿ ਪਹੁੰਚੇ ਜੋਈ। ਜਿਹੜੇ ਬਹੁਤ ਦੂਰ ਸਨ ਉਹ ਹਾਲੇ ਤੱਕ ਨਹੀਂ ਪਹੁੰਚ ਸਕੇ। ਆਵਤ ਚਲੇ ਇਤੋਂ ਸਭ ਕੋਈ। ਉਹ ਹਾਲੇ ਰਸਤੇ ਵਿੱਚ ਹੀ ਨੇ, ਹਾਲੇ ਤੱਕ ਪਹੁੰਚੇ ਨਹੀਂ, ਪਰ ਬਹੁਤ ਸਾਰੇ ਮਸੰਦ ਜਿਹੜੇ ਸਨ ਉਹ ਪਹੁੰਚ ਗਏ ਸਨ ਅੱਜ ਦਰਬਾਰ ਵਿੱਚ। ਸ਼ਸਤਰ ਬਸਤ ਅਰ ਚੰਪਲ ਚਪਲ ਤੁਰੰਗ। ਬੜੇ ਸੋਹਣੇ ਸ਼ਸਤਰ, ਬਹੁਤ ਸੋਹਣੇ ਬਸਤਰ ਤੇ ਚੰਗੇ ਚੰਗੇ ਵਧੀਆ ਚੰਚਲ ਘੋੜੇ। ਆਨੇ ਸਿੱਖਨ ਸ਼ਰਧਾ ਸੰਗ। ਅੱਜ ਸਿੱਖ ਸਾਡੇ ਕੋਲ ਬੜੀ ਸ਼ਰਧਾ ਨਾਲ ਇਹ ਚੀਜ਼ਾਂ ਲੈ ਕੇ ਆਏ ਨੇ। ਚੰਗੇ ਵਧੀਆ ਹਥਿਆਰ, ਚੰਗੇ ਘੋੜੇ ਔਰ ਬੜੇ ਬੜੇ ਸੋਹਣੇ ਬਸਤਰ ਜਿਹੜੇ ਸਨ ਉਹ ਸੰਗਤ ਲੈ ਕੇ ਅੱਜ ਸਾਡੇ ਕੋਲ ਹਾਜ਼ਰ ਹੋਈ ਸੀ। ਅਧਿਕ ਪ੍ਰਸੰਨ ਕੀਨ ਮਨ ਮੋਰਾ। ਉਹਨਾਂ ਨੇ, ਸੰਗਤ ਨੇ, ਸਿੱਖਾਂ ਨੇ ਸਾਡਾ ਮਨ ਅੱਜ ਬਹੁਤ ਪ੍ਰਸੰਨ ਕੀਤਾ। ਜਿਹੜੇ ਘੋੜੇ ਲੈ ਕੇ ਆਏ ਨੇ ਸਿੱਖ, ਜਾਂ ਫਿਰ ਜਿਹੜੇ ਸ਼ਸਤਰ ਲੈ ਕੇ ਆਏ ਨੇ, ਉਹ ਸ਼ਸਤਰ ਤੇ ਘੋੜੇ ਵੇਖ ਕੇ ਸਾਡਾ ਮਨ ਬਹੁਤ ਹੀ ਪ੍ਰਸੰਨ ਹੋਇਆ। ਕਿਨ ਹਥਿਆਰ ਦੀਨ ਕਿਨ ਕੋਰਾ। ਕਿਸੇ ਸਿੱਖ ਨੇ ਲਿਆ ਕੇ ਚੰਗੀ ਵਧੀਆ ਤਲਵਾਰ ਭੇਟਾ ਕੀਤੀ ਹੈ, ਕਿਸੇ ਨੇ ਚੰਗਾ ਘੋੜਾ ਲਿਆ ਕੇ ਭੇਟ ਕੀਤਾ, ਕਿਸੇ ਨੇ ਢਾਲ ਭੇਟ ਕੀਤੀ, ਕਿਸੇ ਨੇ ਬੰਦੂਕ ਲਿਆ ਕੇ ਭੇਟਾ ਕੀਤੀ ਹੈ। ਸੈਨ ਸਕੇਲੇ ਕੇਤਕ ਦਿਨ ਮੈਂ। ਮਾਤਾ ਜੀ ਹੁਣ ਸ਼ਸਤਰ ਤਾਂ ਬੇਅੰਤੀ ਆ ਗਏ ਨੇ ਗੁਰੂ ਘਰ ਵਿੱਚ, ਘੋੜੇ ਵੀ ਅਨੇਕਾਂ ਹੀ ਆ ਗਏ ਨੇ। ਬਸ ਹੁਣ ਸੈਨਾ ਦੀ ਲੋੜ ਹੈ ਤੇ ਕੁਝ ਦਿਨਾਂ ਤੱਕ ਅਸੀਂ ਸੈਨਾ ਵੀ ਇਕੱਠੀ ਕਰ ਲੈਣੀ। ਮਹਾਰਾਜ ਜੀ ਦੱਸਦੇ ਨੇ ਮਾਤਾ ਜੀ ਨੂੰ ਕਿ ਮਾਤਾ ਜੀ ਹੁਣ ਸੈਨਾ ਦੀ ਕਮੀ ਹੈ, ਬਸ ਕੁਝ ਦਿਨਾਂ ਤੱਕ ਅਸੀਂ ਸੈਨਾ ਵੀ, ਫੌਜ ਵੀ ਇਕੱਠੀ ਕਰ ਲੈਣੀ ਹੈ। ਜੋਧਾ ਚੱਲ ਰਹੇ ਜੋ ਰਨ ਮੈਂ। ਉਹ ਯੋਧੇ ਅਸੀਂ ਆਪਣੇ ਕੋਲ ਭਰਤੀ ਕਰਨੇ ਨੇ ਜਿਹੜੇ ਰਣ ਭੂਮੀ 'ਚ ਅਚਲ ਹੋ ਕੇ ਰਹਿਣਗੇ। ਅਚਲ ਦਾ ਮਤਲਬ ਹੈ ਜਿਹੜੇ ਚਲਾਏਮਾਨ ਨਹੀਂ ਹੋਣਗੇ, ਜਿਹੜੇ ਰਣ ਭੂਮੀ ਵਿੱਚ ਖਿੜੇ ਮੱਥੇ ਸਾਹਮਣੇ ਹੋ ਕੇ ਲੜਨ ਵਾਲੇ, ਜੂਝਣ ਵਾਲੇ ਸੂਰਮੇ ਨੇ, ਉਹ ਅਸੀਂ ਆਪਣੇ ਕੋਲ ਭਰਤੀ ਕਰਾਂਗੇ। ਅਪਰ ਉਪਾਇਨ ਕੇ ਅੰਬਾਰ। ਹੋਰ ਵੀ ਅਨੇਕ ਪ੍ਰਕਾਰ ਦੀਆਂ ਭੇਟਾਵਾਂ ਦੇ ਅੰਬਾਰ ਅੱਜ ਮਾਤਾ ਜੀ ਸਾਡੇ ਕੋਲ ਲੱਗੇ ਸਨ। ਸਿੱਖ ਨੇ ਅਰਪੀ ਸ਼ਰਧਾ ਧਾਰ। ਸਿੱਖਾਂ ਨੇ ਬੜੀ ਭਾਰੀ ਸ਼ਰਧਾ ਨੂੰ ਆਪਣੇ ਹਿਰਦੇ 'ਚ ਧਾਰਨ ਕਰਕੇ ਅਨੇਕ ਪ੍ਰਕਾਰ ਦੇ ਸੋਹਣੇ ਉਪਹਾਰ ਲਿਆ ਕੇ ਭੇਟਾ ਕੀਤੇ ਹਨ। ਸ਼੍ਰੀ ਨਾਨਕ ਸਿੱਖੀ ਬਿਦਤਾਈ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਜੋ ਸਿੱਖੀ ਹੈ ਉਹ ਸਾਰੇ ਜਗਤ ਵਿੱਚ ਵਿਦਿਤ ਹੈ, ਪ੍ਰਗਟ ਹੋਈ ਹੈ। ਦੇਸ਼ ਵਿਦੇਸ਼ ਨੀ ਅਵਨੀ ਛਾਈ। ਦੇਸ਼ਾਂ ਵਿਦੇਸ਼ਾਂ ਵਿੱਚ ਸਾਰੀ ਧਰਤੀ ਦੇ ਉੱਤੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਦਾ ਵਿਸਥਾਰ ਹੋਇਆ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਸਿੱਖੀ ਸੇਵਕੀ ਪਸਰੀ ਹੈ। ਸੁਨ ਮਾਤਾ ਸੁਖ ਪਾਏ ਕਨੇਰਾ। ਮਾਤਾ ਜੀ ਨੇ ਜਦੋਂ 6ਵੇਂ ਪਾਤਸ਼ਾਹ ਜੀ ਦੇ ਮੁਖੋਂ ਇਹ ਬਚਨ ਸੁਣੇ, ਸੁਣ ਕੇ ਬਹੁਤ ਹੀ ਪ੍ਰਸੰਨ ਹੋਏ। ਗੁਰਤਾ ਪਾਰ ਉਚਿਤ ਸੁਤ ਮੇਰਾ। ਜਾਣ ਗਏ ਕਿ ਗੁਰਤਾ ਗੱਦੀ ਦੇ ਭਾਰ ਨੂੰ ਸੰਭਾਲਣ ਲਈ ਮੇਰੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਹਰ ਪ੍ਰਕਾਰ ਨਾਲ ਸક્ષਮ ਨੇ। ਗੁਰਗੱਦੀ ਦੀ ਜਿਹੜੀ ਜ਼ਿੰਮੇਵਾਰੀ ਹੈ, ਗੁਰਤਾ ਗੱਦੀ ਦਾ ਜਿਹੜਾ ਭਾਰ ਹੈ, ਉਹਨੂੰ ਸਹਾਰਨ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਜੀ ਸક્ષਮ ਹਨ। ਦੋਇ ਸ਼ਮਸ਼ੀਰ ਗਰੇ ਸਮਸ਼ੀਰ। ਦੋ ਸ਼ਮਸ਼ੀਰਾਂ, ਦੋ ਤਲਵਾਰਾਂ ਮਹਾਰਾਜ ਜੀ ਨੇ ਗਾਤਰੇ ਧਾਰਨ ਕੀਤੀਆਂ ਨੇ, ਜਿਨ੍ਹਾਂ ਸ਼੍ਰੀ ਸਾਹਿਬਾਂ ਨੂੰ ਗਾਤਰੇ, ਸ਼ਮਸ਼ੀਰਾਂ ਨੂੰ ਗਾਤਰੇ ਵੇਖ ਕੇ ਇਉਂ ਜਾਪਦਾ ਹੈ ਕਿ ਜਿਵੇਂ ਸ਼ੇਰ ਦੇ ਸਮਾਨ ਹੀ ਸਤਿਗੁਰੂ ਜੀ ਨਜ਼ਰ ਆਉਂਦੇ ਹੋਣ। ਕਟ ਨਿਖੰਗ ਕਰ ਮੈਂ ਤਨ ਹੀਰ। ਗੁਰਦੇਵ ਨੇ ਲੱਕ ਦੇ ਨਾਲ ਤੀਰਾਂ ਦਾ ਪੱਥਾ ਬੰਨਿਆ,
ਔਰ ਮੋਢੇ ਦੇ ਉੱਤੇ ਗੁਰਦੇਵ ਸੱਚੇ ਪਾਤਸ਼ਾਹ ਜੀ ਦੇ ਬਹੁਤ ਹੀ ਕਠੋਰ ਧਨਖ ਹੈ। ਸ਼ਸਤਰਨ ਸਹਿਤ ਢੀਲ ਬਰ ਬੰਕਾ। ਸ਼ਸਤਰਾਂ ਦੇ ਸਹਿਤ ਮਹਾਰਾਜ ਜੀ ਦੇ ਸਰੀਰ ਦੀ ਜਿਹੜੀ ਕੱਦ ਕਾਠੀ ਹੈ, ਢੀਲ ਡੌਲ ਹੈ, ਉਹ ਬੜੀ ਉੱਚੀ ਲੰਮੀਆਂ ਤੇ ਬੰਕੇ ਨੌਜਵਾਨ ਹਨ। ਸੁਖਦ ਸੇਵਕਨ ਰਿਪਨ ਅਤੰਕਾ। ਆਪਣੇ ਸਿੱਖਾਂ ਤੇ ਸੇਵਕਾਂ ਨੂੰ ਸੁਖ ਦੇਣ ਵਾਲੇ ਨੇ ਔਰ ਦੁਸ਼ਮਣਾਂ ਨੂੰ ਭੈ ਦੇਣ ਵਾਲੇ ਨੇ। ਖਾਲਸਾ ਜੀ, ਸ਼ੇਰਨੀ ਜਦੋਂ ਆਪਣੇ ਬੱਚਿਆਂ ਨੂੰ ਦੰਦਾਂ ਵਿੱਚ ਲੈਂਦੀ ਹੈ ਨਾ, ਮਜਾਲ ਹੈ ਆਪਣੇ ਬੱਚਿਆਂ ਨੂੰ ਮਾੜਾ ਮੋਟਾ ਦੰਦ ਵੀ ਚੁੱਭਣ ਦੇਵੇ। ਜਿਹੜੇ ਦੰਦ ਉਹਦੇ ਆਪਣੇ ਬੱਚਿਆਂ ਵਾਸਤੇ ਰੱਖਿਆ ਕਰਨ ਵਾਲੇ ਨੇ, ਉਹੀ ਦੰਦ ਦੂਸਰੇ ਸ਼ਿਕਾਰ ਲਈ ਪਾੜ ਕੇ ਰੱਖ ਦੇਣ ਵਾਲੇ ਹਨ, ਬੜੇ ਭਿਆਨਕ। ਇਸੇ ਤਰ੍ਹਾਂ ਸਤਿਗੁਰੂ ਜੀ ਦਾ ਸ਼ਸਤਰਧਾਰੀ ਸਰੂਪ ਹੈ, ਸਿੱਖਾਂ ਵਾਸਤੇ ਪਾਲਣ ਵਾਲਾ ਹੈ ਔਰ ਵੈਰੀਆਂ ਲਈ, ਦੁਸ਼ਮਣਾਂ ਲਈ ਭੈਦਾਇਕ ਹੈ। ਉਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸਰੂਪ ਡਰਾਵਣਾ ਤੇ ਭਿਆਨਕ ਪ੍ਰਤੀਤ ਹੁੰਦਾ ਹੈ। ਨਿਕਟ ਮਾਤ ਕੇ ਕੇਤਕ ਕਾਲਾ। ਕੁਝ ਸਮਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਤਿਕਾਰਯੋਗ ਜਗਤ ਮਾਤਾ ਗੰਗਾ ਜੀ ਕੋਲ ਬੈਠ ਕੇ ਦਰਸ਼ਨ ਦਿੰਦੇ ਰਹੇ। ਨਮੋ ਕਰੀ ਉਠ ਆਏ ਕਿਰਪਾਲਾ। ਮਾਤਾ ਜੀ ਨੂੰ ਬੰਦਨਾ ਕਰਕੇ, ਨਮਸਕਾਰ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਠੇ ਹਨ। ਨਿਜ ਬੈਠਕ ਮੈਂ ਤੇਰੇ ਪ੍ਰਿਯੰਕਾ। ਸਤਿਗੁਰੂ ਗਰੀਬ ਨਵਾਜ ਜੀ ਆਪਣੀ ਬੈਠਕ ਵਿੱਚ, ਜਿੱਥੇ ਗੁਰਦੇਵ ਦਾ ਆਸਣ ਸੀ, ਉੱਥੇ ਆਣ ਕੇ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਬੈਠ ਗਏ, ਸਜ ਗਏ। ਸ਼ਸਤਰ ਉਤਾਰ ਗੁਰੂ ਅਕਲੰਕਾ। ਅਕਲੰਕ ਕਹੀਏ, ਕਲੰਕ ਰਹਿਤ ਸਤਿਗੁਰੂ ਸੱਚੇ ਪਾਤਸ਼ਾਹ ਜੀ, ਨਿਸ਼ਕਲੰਕ ਗੁਰਦੇਵ ਜੀ ਨੇ ਆਪਣੇ ਸ਼ਸਤਰ ਆਪਣੇ ਗਾਤਰਿਓਂ ਉਤਾਰੇ ਹਨ। ਦੋਇ ਕਟਿਕਾ ਲਗ ਸੁਖ ਮੈਂ ਆਏ। ਔਰ ਉਹ ਸ਼ਸਤਰ ਗੁਰਦੇਵ ਨੇ ਉੱਚੇ ਥਾਂ ਤੇ ਰੱਖੇ ਨੇ, ਆਰਾਮ ਕਰਨ ਵਾਸਤੇ। ਗੁਰਦੇਵ ਨੇ ਵੱਡੀਆਂ ਤਲਵਾਰਾਂ ਤੇ ਤੀਰਾਂ ਦਾ ਪੱਥਾ ਤੇ ਕਮਾਨ ਉਹ ਉਤਾਰ ਕੇ ਮਹਾਰਾਜ ਜੀ ਨੇ ਸ਼ਸਤਰ ਸਤਕਾਰ ਨਾਲ ਰੱਖੇ ਨੇ। ਔਰ 2 ਘੜੀਆਂ ਆਪਣੇ ਪਲੰਘੇ ਤੇ ਬਿਰਾਜਣ ਵਾਸਤੇ ਪਾਤਸ਼ਾਹ ਜੀ ਲੇਟੇ ਹਨ। ਬੋਰ ਉਟੇ ਲੋਚਨ ਬਿਕਸਾਏ। 2 ਘੜੀਆਂ ਗੁਰਦੇਵ ਨੇ ਆਰਾਮ ਕੀਤਾ, ਕਿਉਂਕਿ ਦੁਪਹਿਰ ਦਾ ਸਮਾਂ ਸੀ। ਤੋ ਭੋਜਨ ਛਕਣ ਤੋਂ ਬਾਅਦ 2-2.5 ਘੜੀਆਂ ਆਰਾਮ ਕੀਤਾ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਨੇਤਰ ਖੋਲੇ ਹਨ। ਚੜ ਤੁਰੰਗ ਪਰ ਬਾਹਰ ਜੋਵੇਂ। ਤੋ ਦੁਪਹਿਰ ਦੇ ਸਮੇਂ ਮਹਾਰਾਜ ਜੀ ਨੇ ਜਲ ਪਾਣੀ ਵਰਤਿਆ, ਰਗੜਾ ਲਾਇਆ ਗਿਆ ਹੈ, ਸ਼ਰਦਾਈ ਆਦਿਕ ਬਣਾਈ ਗਈ। ਮਹਾਰਾਜ ਸੱਚੇ ਪਾਤਸ਼ਾਹ, ਕਿਉਂਕਿ ਗਰਮੀਆਂ ਦੇ ਦਿਨ ਹਨ, ਤੋ ਸ਼ਰਦਾਈ ਦਾ ਬਾਟਾ ਛਕਿਆ 6ਵੇਂ ਪਾਤਸ਼ਾਹ ਨੇ। ਫਿਰ ਘੋੜੇ ਤੇ ਸਵਾਰ ਹੋ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਹਰ ਆਏ ਹਨ। ਕਰੇ ਅਖੀਰ ਬ੍ਰਿਤ ਕੀ ਲੀਲਾ। ਸ਼ਿਕਾਰ ਖੇਡਣ ਵਾਸਤੇ ਚੜੇ ਨੇ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਜੀ ਮਹਾਰਾਜ, ਕਿਉਂਕਿ ਸ਼ਿਕਾਰ ਖੇਡਣਾ ਖਾਲਸਾ ਜੀ ਜ਼ਰੂਰੀ ਸੀ। ਰਾਜਿਆਂ ਦੀ ਲੀਲਾ ਹੁੰਦੀ ਹੈ ਸ਼ਿਕਾਰ ਖੇਡਣਾ। ਸ਼ਿਕਾਰ ਖੇਡਣ ਦੇ ਨਾਲ 2 ਚੀਜ਼ਾਂ ਜਿਹੜੀਆਂ ਨੇ ਉਹ ਪ੍ਰਾਪਤ ਹੁੰਦੀਆਂ ਨੇ ਸੂਰਮਿਆਂ ਨੂੰ। ਪ੍ਰਥਮ ਇੱਕ ਸ਼ਸਤਰਾਂ ਦਾ ਅਭਿਆਸ ਹੁੰਦਾ। ਜਦੋਂ ਸ਼ਿਕਾਰ ਖੇਡਦੇ ਐ ਤੋ ਸ਼ਸਤਰ ਚਲਾਉਂਦੇ ਨੇ। ਸ਼ਸਤਰ ਚਲਾ ਕੇ ਜਦੋਂ ਜਾਨਵਰਾਂ ਨੂੰ, ਸ਼ਿਕਾਰ ਨੂੰ ਮਾਰਿਆ ਜਾਂਦਾ ਹੈ ਤੇ ਸ਼ਸਤਰ ਚਲਾਉਣ ਦਾ ਅਭਿਆਸ ਹੁੰਦਾ। ਦੂਸਰਾ, ਜਦੋਂ ਸ਼ਿਕਾਰ ਖੇਡਦੇ ਨੇ ਹਿਰਦੇ ਵਿੱਚ ਸੂਰਮਤਾਈ ਭਰਦੀ ਹੈ। ਸ਼ਿਕਾਰ ਨੂੰ ਮਾਰਦਿਆਂ ਜਦੋਂ ਉਹਦਾ ਖੂਨ ਡੁੱਲਦਾ ਹੈ ਤੇ ਡੁੱਲਦਾ ਹੋਇਆ ਖੂਨ ਜਦੋਂ ਸੂਰਮਾ ਤੱਕਦਾ ਤਾਂ ਉਹਦਾ ਹਿਰਦਾ ਦਲੇਰ ਬਣਦਾ ਹੈ। ਇਸ ਲਈ 2 ਕਾਰਨ ਸਨ ਸ਼ਿਕਾਰ ਖੇਡਣ ਦੇ, ਇਹ ਜ਼ਰੂਰੀ ਸਨ। ਤੋ ਮਹਾਰਾਜ 6ਵੇਂ ਪਾਤਸ਼ਾਹ ਜੀ ਅੱਜ ਸ਼ਿਕਾਰ ਤੇ ਚੜੇ ਹਨ, ਸ਼ਿਕਾਰ ਖੇਡਣ ਲਈ ਦੂਰ ਤੱਕ ਗਏ ਹਨ। ਧਰੇ ਸ਼ਸਤਰ ਕਰ ਅੰਗ ਛਬੀਲਾ। ਸ਼ਸਤਰ ਧਾਰਨ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਸੋਹਣੇ ਛੈਲ ਛਬੀਲੇ ਅੰਗਾਂ ਦੇ ਸਹਿਤ ਜਾ ਰਹੇ ਨੇ। ਆਏ ਅਕਾਲ ਤਖਤ ਪਰ ਸੋਏ। ਸ਼ਾਮ ਦੇ ਸਮੇਂ ਕੁਝ ਸਮੇਂ ਲਈ ਸ਼ਿਕਾਰ ਖੇਡਣ ਤੋਂ ਬਾਅਦ ਮਹਾਰਾਜ ਜੀ ਸ਼ਾਮ ਨੂੰ ਜਦੋਂ ਸੰਧਿਆ ਜਾਂ ਵੇਲਾ ਹੋਇਆ, ਸੂਰਜ ਛੁਪਣ ਲੱਗਾ, ਤੇ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਸ੍ਰੀ ਅਕਾਲ ਤਖਤ ਸਾਹਿਬ ਤੇ ਆਣ ਕੇ ਸ਼ੋਭਨੀਕ ਹੋਏ ਨੇ। ਲਗੇ ਦੀਵਾਨ ਪਿਖੇ ਮਨ ਮੋਹੇ। ਸ੍ਰੀ ਅਕਾਲ ਤਖਤ ਸਾਹਿਬ ਤੇ ਮਹਾਰਾਜ ਜੀ ਨੇ ਸ਼ਾਮ ਦਾ ਦੀਵਾਨ ਸਜਾਇਆ। ਸਜੇ ਹੋਏ ਦੀਵਾਨ ਵਿੱਚ ਸੰਗਤਾਂ ਦਰਸ਼ਨ ਕਰਦੀਆਂ ਨੇ
ਔਰ ਦਰਸ਼ਨ ਕਰਕੇ ਸਿੱਖਾਂ ਦੇ ਮਨ ਮੋਹਿਤ ਹੁੰਦੇ ਹਨ। ਸੋਦਰ ਚੌਂਕੀ ਸ਼ਬਦ ਸੁਨੰਤੇ। ਸੋਦਰ ਦੀ ਚੌਂਕੀ ਮਹਾਰਾਜ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਬੈਠ ਕੇ ਸਰਵਣ ਕੀਤੀ ਹੈ। ਗੁਰੂ ਖਾਲਸਾ ਜੀ ਅੰਮ੍ਰਿਤ ਵੇਲੇ ਦੇ ਨਿਤਨੇਮ ਤੋਂ ਬਾਅਦ ਜਦੋਂ ਸਿੱਖ ਸਾਰਾ ਦਿਨ ਕਿਰਤ ਬਿਰਤ ਵਿੱਚ ਵਿਅਸਤ ਹੁੰਦਾ ਹੈ ਤੋ ਕਿਰਤ ਬਿਰਤ ਤੋਂ ਉਪਰਾਮ ਹੋ ਕੇ ਸ਼ਾਮ ਦੇ ਸਮੇਂ ਕੁਝ ਸਮਾਂ ਇਕਾਂਤ ਵਿੱਚ ਬੈਠ ਕੇ ਸੋਦਰ ਪੜ੍ਹਦਾ ਹੈ ਤਾਂ ਸਾਰੇ ਦਿਨ ਦੀ ਜਿਹੜੀ ਭੱਜ ਦੌੜ ਦੇ ਨਾਲ ਮਨ ਅਸ਼ਾਂਤ ਹੁੰਦਾ ਹੈ। ਸੋਦਰ ਦੀ ਬਾਣੀ ਨਾਲ ਇਹਦਾ ਮਨ ਕੁਝ ਸਮੇਂ ਲਈ ਟਿਕਾ ਵਿੱਚ ਸ਼ਾਂਤੀ ਵਿੱਚ ਆਉਂਦਾ ਹੈ ਔਰ ਉਸੇ ਟਿਕਾ ਦੇ ਸਹਿਤ ਭੋਜਨ ਛਕਣ ਤੋਂ ਉਪਰੰਤ ਸੋਹਿਲਾ ਸਾਹਿਬ ਦੀ ਬਾਣੀ ਪੜ੍ਹਦਿਆਂ ਸਿੱਖ ਜਦੋਂ ਆਪਣੇ ਪਲੰਘੇ ਤੇ ਪੈਂਦਾ ਹੈ ਤੇ ਬੜੇ ਸੁੱਖ ਦੀ ਨੀਂਦ ਆਉਂਦੀ ਹੈ ਔਰ ਉਸ ਸੁੱਖ ਦੀ ਨੀਂਦ ਸਹਿਤ ਸੌਂ ਕੇ ਫਿਰ ਸੁਬਹ ਅੰਮ੍ਰਿਤ ਵੇਲੇ ਦੀ ਸੰਭਾਲ ਕਰਦਾ ਹੈ। ਤੋ ਗਰੀਬ ਨਵਾਜ ਪਾਤਸ਼ਾਹ ਨੇ ਬੜੀ ਵੱਡੀ ਦਇਆ ਕਰਕੇ ਸਾਨੂੰ ਨਿਤਨੇਮ ਜਿਹੜਾ ਦਿੱਤਾ ਨਾ ਕਿ ਅੰਮ੍ਰਿਤ ਵੇਲੇ ਨਿਤਨੇਮ ਤੋਂ ਬਾਅਦ ਫਿਰ ਸੰਧਿਆ ਸਮੇਂ ਸੋਦਰ ਦਾ ਨਿਤਨੇਮ ਸੋਦਰ ਆਰਤੀ ਗਾ ਵੀ ਹੈ। ਤੋ ਮਹਾਰਾਜ ਛੇਵੇਂ ਪਾਤਸ਼ਾਹ ਜੀ ਅਕਾਲ ਤਖਤ ਸਾਹਿਬ ਤੇ ਬੈਠੇ ਨੇ ਔਰ ਸੋਦਰ ਦੀ ਚੌਂਕੀ ਦੇ ਸ਼ਬਦ ਮਹਾਰਾਜ ਜੀ ਨੇ ਬੈਠ ਕੇ ਸੁਣੇ ਹਨ। ਸੰਗਤ ਆਏ ਰੂਪ ਦਰਸ਼ਨ ਤੇ। ਸੰਗਤਾਂ ਨੇ ਆ ਕੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਸੋਹਣੇ ਸਰੂਪ ਦੇ ਦਰਸ਼ਨ ਕੀਤੇ ਹਨ। ਬੋਹਰ ਜਾਏ ਨਿਜ ਮਹਿਲ ਮਝਾਰਾ। ਸੋਦਰ ਦੀ ਚੌਂਕੀ ਦੀ ਸਮਾਪਤੀ ਹੋਈ ਉਪਰੰਤ ਗਰੀਬ ਨਵਾਜ ਪਾਤਸ਼ਾਹ ਜੀ ਆਪਣੇ ਮਹਿਲਾਂ ਵਿੱਚ ਗਏ ਹਨ। ਅਨੇਕ ਸਵਾਦ ਕੇ ਅਚੇ ਆਹਾਰਾ। ਕਈ ਤਰ੍ਹਾਂ ਦੇ ਭੋਜਨ ਪਕਵਾਨ ਮਹਾਰਾਜ ਜੀ ਲਈ ਤਿਆਰ ਹੋਏ ਸਨ। ਸਤਿਗੁਰੂ ਛੇਵੇਂ ਪਾਤਸ਼ਾਹ ਜੀ ਨੇ ਲੰਗਰ ਪ੍ਰਸ਼ਾਦਾ ਛਕਿਆ ਹੈ। ਜਾਮ ਗਏ ਜਾਮਨ ਸੁਪਤਾਵੇਂ। ਜਦੋਂ ਪਹਿਰ ਰਾਤ ਬੀਤ ਗਈ ਪਾਤਸ਼ਾਹ ਜੀ ਨੇ ਭੋਜਨ ਛਕਣ ਤੋਂ ਬਾਅਦ ਇੱਕ ਪਹਿਰ ਰਾਤ ਬੀਤ ਗਈ ਤੋ ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਸੁਖਾਸਣਾ ਤੇ ਬਿਰਾਜਮਾਨ ਹੋਏ ਨੇ। ਰਹੇ ਜਾਮ ਉਠ ਸੋਚ ਨਹਾਵੇਂ। ਤਕਰੀਬਨ 2 ਪਹਿਰ ਮਹਾਰਾਜ ਜੀ ਰਾਤ ਨੂੰ ਸੌਂਦੇ ਤੇ 6 ਘੰਟੇ ਲਗਾਤਾਰ 2 ਪਹਿਰ ਮਹਾਰਾਜ ਜੀ ਬਿਰਾਜਦੇ ਨੇ। ਫਿਰ ਪਿਛਲਾ ਪਹਿਰ ਜਿਹੜਾ ਅੰਮ੍ਰਿਤ ਵੇਲੇ ਦਾ ਸਮਾਂ ਉੱਠ ਕੇ ਸਤਿਗੁਰੂ ਜੀ ਤਿਆਰ ਬਰ ਤਿਆਰ ਹੋ ਜਾਂਦੇ ਹਨ। ਇਸ ਵਿਦ ਕਰ ਹੈ ਨਿਤ ਵਿਵਹਾਰ। ਇਹ ਸਤਿਗੁਰਾਂ ਦੀ ਨਿਤ ਕਿਰਿਆ ਹੈ। ਇਹ ਸਤਿਗੁਰਾਂ ਦਾ ਰੋਜ਼ ਦਾ ਨਿਤ ਵਿਵਹਾਰ ਹੈ। ਨਿਤ ਪ੍ਰਤ ਬਲੀ ਹੋਤ ਦੁਤੀ ਚਾਰ। ਜਿਵੇਂ ਜਿਵੇਂ ਮਹਾਰਾਜ ਜੀ ਦੇ ਸਰੀਰ ਦੀ ਉਮਰ ਵੱਧ ਰਹੀ ਹੈ ਤਿਵੇਂ ਤਿਵੇਂ ਸਤਿਗੁਰੂ ਜੀ ਦਾ ਸਰੀਰ ਦਿਨ ਪ੍ਰਤੀ ਦਿਨ ਬਲਵਾਨ ਹੋ ਰਿਹਾ ਹੈ। ਸਰੀਰ ਵਿੱਚ ਹੋਰ ਜ਼ਿਆਦਾ ਬਲ ਭਰ ਰਿਹਾ ਹੈ। ਮਾਝੇ ਦੁਆਬੇ ਦੇਸ਼ ਮਝਾਰੀ। ਹੁਣ ਇਧਰ ਮਾਝੇ ਵਿੱਚ ਦੁਆਬੇ ਵਿੱਚ ਮਾਲਵੇ ਵਿੱਚ ਮਹਾਰਾਜ ਜੀ ਦਾ ਹੁਕਮਨਾਮਾ ਪਹੁੰਚ ਗਿਆ ਕਿ ਜਿਨ੍ਹਾਂ ਨੇ ਭਾਈ ਸਾਡੀ ਫੌਜ ਵਿੱਚ ਭਰਤੀ ਹੋਣਾ ਉਹ ਨਚੱਕ ਹੋ ਕੇ ਆ ਜਾਣ। ਉਹਨਾਂ ਨੂੰ ਰੋਜ਼ੀਨਾ ਵੀ ਦੇਵਾਂਗੇ, ਚਾਕਰੀ ਵੀ ਦੇਵਾਂਗੇ, ਸ਼ਸਤਰ ਤੇ ਘੋੜੇ ਵੀ ਬਖਸ਼ਾਂਗੇ ਔਰ ਸ਼ਸਤਰ ਵਿਦਿਆ ਵੀ ਸਿਖਾਵਾਂਗੇ। ਤੋ ਮਹਾਰਾਜ ਜੀ ਦੇ ਬਚਨ ਇਧਰ ਦੁਆਬੇ ਵਿੱਚ ਮਾਝੇ ਤੇ ਮਾਲਵੇ ਦੇ ਇਲਾਕੇ 'ਚ ਪਹੁੰਚੇ ਹਨ। ਸੁਧ ਪਸਰੀ ਸਤਿਗੁਰ ਕੀ ਸਾਰੀ। ਸਤਿਗੁਰੂ ਜੀ ਦੀ ਇਹ ਖਬਰ ਹੁਕਮਨਾਮਾ ਸਾਰੇ ਪਾਸੇ ਪਸਰਿਆ ਹੈ। ਪਏ ਸ਼ਸਤਰ ਤਾਰੀ ਬਲ ਭਾਰੀ। ਕਿ ਛੇਵੇਂ ਪਾਤਸ਼ਾਹ ਜੀ ਬਲ ਦੇ ਸਹਿਤ ਸ਼ਸਤਰਧਾਰੀ ਦੇ ਹੋ ਕੇ ਬਲ ਦੇ ਸਹਿਤ ਬਲਵਾਨ ਹੋਏ ਨੇ। ਸੈਨ ਸਕੇਲਨ ਕਰਤੇ ਉਚਾਰੀ। ਔਰ ਗੁਰੂ ਹਰਗੋਬਿੰਦ ਸਾਹਿਬ ਜੀ ਹੁਣ ਸੈਨਾ ਇਕੱਠੀ ਕਰਨਾ ਚਾਹੁੰਦੇ ਹਨ, ਫੌਜ ਭਰਤੀ ਕਰਨਾ ਚਾਹੁੰਦੇ ਹਨ। ਇਹ ਗੱਲ ਸਾਰੇ ਦੇਸ਼ ਵਿੱਚ ਪਸਰੀ ਹੈ। ਸੁਨ ਦੋਨੋਂ ਦੇਸ਼ਨ ਕੇ ਯੋਧਾ। ਜਿੰਨੇ ਇਲਾਕਿਆਂ ਦੇ ਸਿੱਖ ਨੇ ਯੋਧੇ ਹਨ ਜਿਹੜੇ ਦੁਆਬੇ ਵਿੱਚ ਜਾਂ ਮਾਝੇ ਵਿੱਚ ਜਾਂ ਮਾਲਵੇ ਵਿੱਚ ਜਾਂ ਇਧਰ ਪੁਆਧ ਦੇ ਇਲਾਕੇ 'ਚ ਜਿੰਨੇ ਵੀ ਸਿੱਖ ਯੋਧੇ ਹਨ ਲਰੇ ਮਰੇ ਮਾਰੇ ਧਰ ਕਰੋਧਾ। ਉਹ ਯੋਧੇ ਆਉਣ ਲੱਗੇ ਨੇ ਸਤਿਗੁਰਾਂ ਦੇ ਪਾਸ ਜਿਹੜੇ ਲੜ ਕੇ ਮਰਨਾ ਜਾਣਦੇ ਨੇ ਜਾਂ ਫਿਰ ਰਣ ਭੂਮੀ ਵਿੱਚ ਮਾਰਨਾ ਜਾਣਦੇ ਨੇ। ਸੂਰਮੇ ਦੇ 2 ਹੀ ਧਰਮ ਨੇ, ਮਰਨਾ ਜਾਂ ਫਿਰ ਮਾਰਨਾ। ਇਹ ਮਰਨ ਤੇ ਮਾਰਨ ਦੀ ਬਿਰਤੀ ਰੱਖਣ ਵਾਲੇ ਜਿਹੜੇ ਸੂਰਮੇ ਯੋਧੇ ਹਨ ਉਹ ਮਹਾਰਾਜ ਜੀ ਦੇ ਕੋਲ ਆਉਣ ਲੱਗੇ ਹਨ। ਇਕੱਠੇ ਹੋਏ 400 ਸੂਰ। ਕਹਿੰਦੇ ਮਾਝੇ ਦੁਆਬੇ ਦੇ ਇਲਾਕੇ ਚੋਂ ਤਕਰੀਬਨ 400 ਸੂਰਮੇ ਇਕੱਠੇ ਹੋਏ। 400 ਨੌਜਵਾਨ
ਚੜ੍ਹਦੀ ਜਵਾਨੀ ਦੇ ਜਵਾਨ ਉਹ ਇਕੱਠੇ ਹੋਏ ਹਨ। ਹਿਤ ਜੀਵ ਕਾ ਆਏ ਹਦੂਰ, ਆਪਣੀ ਜੀਵਕਾ ਲਈ ਵੀ ਨਾਲੇ ਸਤਿਗੁਰਾਂ ਦੀ ਫੌਜ 'ਚ ਭਰਤੀ ਹੋਵਾਂਗੇ, ਨਾਲੇ ਸਾਨੂੰ ਤਨਖਾਹ ਮਿਲੇਗੀ ਜਿਹਦੇ ਨਾਲ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਾਂਗੇ। ਤੋ ਇਸ ਬਿਰਤੀ ਦੇ ਨਾਲ 400 ਜਵਾਨ ਮਹਾਰਾਜ ਜੀ ਦੇ ਕੋਲ ਆਇਆ। ਥਿਰੇ ਤਖਤ ਪਰ ਸਤਿਗੁਰ ਹੀਰੇ, ਜਦੋਂ ਸਤਿਗੁਰੂ ਜੀ ਦੇ ਸ਼ਰਨ 'ਚ ਆਏ ਸਨ 400 ਸੂਰਮੇ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਸ ਵਕਤ ਸ੍ਰੀ ਅਕਾਲ ਤਖਤ ਸਾਹਿਬ ਤੇ ਸਜੇ ਬੈਠੇ ਨੇ। ਇਹਨਾਂ ਨੇ ਆਣ ਕੇ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਹਨ। ਸਭ ਇਨ ਬੰਧਨ ਕਰ ਤਿਸ ਬੇਰੇ, 400 ਸੂਰਮੇ ਸੀ, ਬੜੇ ਉੱਚੇ ਲੰਮੇ ਜਵਾਨ, छैल छबीले बांके नौजवान आ के सतगुरु छेवें पातशाह ਨੂੰ ਇਹਨਾਂ ਨੇ ਪ੍ਰਣਾਮ ਕੀਤੀ। महाराज गुरु हरगोबिंद साहब दे चरना ते नमस्कार कीती। बैठे नहीं खरे सब राए, 400 दे 400 सूरमे खलोते रहे, बैठे नहीं संगत विच, ਇਹ ਖੜੇ ਖੜੋਤੇ ਹੀ ਰਹੇ। ਪਿਖ ਸ਼੍ਰੀ ਹਰਗੋਬਿੰਦ ਬਚ ਕਹੇ, ਇਹਨਾਂ ਨੂੰ ਖਲੋਤਿਆਂ ਵੇਖ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਅਹੇ ਕੌਣ ਇਨ ਬੂਜਨ ਕਰੋ। ਮਹਾਰਾਜ ਜੀ ਨੇ ਮੇਵੜੇ ਨੂੰ ਪੁੱਛਿਆ, ਕਹਿਣ ਲੱਗੇ ਵੀ ਇਹ ਜਿਹੜੇ ਸੂਰਮੇ ਆਏ ਖੜੇ ਆ ਸਾਹਮਣੇ ਨੌਜਵਾਨ, ਇਹਨਾਂ ਨੂੰ ਪੁੱਛੋ ਵੀ ਇਹ ਕੌਣ ਨੇ, ਇਹਨਾਂ ਦਾ ਆਉਣਾ ਕਿਵੇਂ ਹੋਇਆ, ਇਹ ਕਿਉਂ ਆਏ ਨੇ ਸ਼ਰਨ ਚ। ਠਾਂਡੋ ਕੌਣ ਮਨੋਰਥ ਧਰੋ, ਇਹ ਸਾਰੇ ਉੱਠ ਕੇ ਖੜੇ ਨੇ, ਕੋਈ ਬੈਠਾ ਨਹੀਂ ਹੈ ਸੰਗਤ ਵਿੱਚ। ਇਹਨਾਂ ਦੇ ਮਨ ਦਾ ਕੀ ਮਨੋਰਥ ਹੈ, ਇਹ ਕੀ ਕਾਮਨਾ ਰੱਖ ਕੇ ਆਏ ਹਨ। ਜਾਏ ਮੇਵਰੇ ਬੂਜਨ ਕੀਨੇ, ਮੇਵੜੇ ਨੇ ਜਾ ਕੇ ਉਹਨਾਂ ਸੂਰਮਿਆਂ ਨੂੰ ਜਵਾਨਾਂ ਨੂੰ ਪੁੱਛਿਆ, ਕੌਣ ਦੇਸ਼ ਤੇ ਆਏ ਨਵੀਨੇ। ਕਹਿਣ ਲੱਗੇ ਵੀ ਤੁਸੀਂ ਨਵੀਂ ਭਰਤੀ ਜਾਪਦੇ ਹੋ, ਨਵੇਂ ਸੂਰਮੇ ਜਾਪਦੇ ਹੋ, ਆਇਓ ਗੁਰੂ ਘਰ ਚ ਪਹਿਲੀ ਵਾਰ। ਤੁਸੀਂ ਕਿਹੜੇ ਦੇਸ਼ ਚੋਂ ਚੱਲ ਕੇ ਆਇਓ, ਤੁਹਾਡਾ ਕਿਹੜਾ ਇਲਾਕਾ ਹੈ। ਠਾਂਡੇ ਰਹੇ ਕਉ ਨਿਜ ਕਾਜਾ, ਦੱਸੋ ਤੁਹਾਡਾ ਕੀ ਕਾਰਜ ਹੈ, ਕਿਸ ਕੰਮ ਲਈ ਚੱਲ ਕੇ ਆਏ ਹੋ। ਪੁੱਛਤੇ ਆਪ ਗਰੀਬ ਨਿਵਾਜਾ, ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਆਪ ਤੁਹਾਨੂੰ ਪੁੱਛ ਰਹੇ ਨੇ ਕਿ ਤੁਸੀਂ ਕੌਣ ਹੋ, ਕਿੱਥੋਂ ਆਇਓ, ਤੁਹਾਡੇ ਆਉਣ ਦਾ ਕਾਰਜ ਕੀ ਹੈ। ਹੱਥ ਜੋੜ ਕਰ ਦੀਨ ਸੁਨਾਏ, ਹੱਥ ਜੋੜ ਕੇ ਅੱਗੋਂ ਜਿਹੜੇ ਉਹ ਜਵਾਨ ਸਨ ਬੋਲੇ, ਕਹਿਣ ਲੱਗੇ, ਹਿਤ ਜੀਵ ਕਾ ਹਮ ਚਲ ਆਏ। ਕਹਿਣ ਲੱਗੇ ਜੀ ਅਸੀਂ ਤਾਂ ਆਪਣੀ ਜੀਵਕਾ ਵਾਸਤੇ ਆਏ ਆ ਚੱਲ ਕੇ, ਕਿ ਸਤਿਗੁਰਾਂ ਦੇ ਕੋਲ ਆ ਕੇ ਭਰਤੀ ਹੋਵਾਂਗੇ ਔਰ ਆਪਣੀ ਉਪਜੀਵਕਾ ਨਿਭਾਵਾਂਗੇ। ਅਸੀਂ ਤਾਂ ਆਪਣੀ ਰੋਜੀ ਰੋਟੀ ਲਈ ਆਏ ਹਾਂ। ਦੋਨੋਂ ਦੇਸ਼ਨ ਕੇ ਅਮਵਾਸੀ, ਅਸੀਂ ਮਾਝੇ ਦੁਆਬੇ ਤੇ ਮਾਲਵੇ ਦੇ ਇਲਾਕੇ ਚੋਂ ਆਏ ਹਾਂ। ਚਾਹਤ ਰਿਦੇ ਰਹਿਣ ਗੁਰ ਪਾਸੀ, ਔਰ ਸਾਡੀ ਇੱਛਾ ਹੈ ਕਿ ਅਸੀਂ ਗੁਰੂ ਹਰਗੋਬਿੰਦ ਸਾਹਿਬ ਦੇ ਪਾਸ ਰਹੀਏ। ਅਸੀਂ ਇੱਧਰੋਂ ਮਾਝੇ ਚੋਂ ਦੁਆਬੇ ਚੋਂ, ਮਹਾਰਾਜ ਕੋਈ ਤਰਨਤਾਰਨ ਸਾਹਿਬ ਤੋਂ ਆਇਆ, ਕੋਈ ਗੋਇੰਦਵਾਲ ਸਾਹਿਬ ਤੋਂ, ਕੋਈ ਖਡੂਰ ਸਾਹਿਬ ਤੋਂ, ਕੋਈ ਬਾਸਰਕੇ ਤੋਂ। ਇਸੇ ਤਰ੍ਹਾਂ ਮਹਾਰਾਜ ਜੀ ਕੋਈ ਸੁਰ ਸਿੰਘ ਤੋਂ ਆਇਆ ਚੱਲ ਕੇ, ਗਰੀਬ ਨਵਾਜ ਜੀ ਕੋਈ ਚੋਲਾ ਸਾਹਿਬ ਤੋਂ ਆਇਆ ਚੱਲ ਕੇ। ਮਹਾਰਾਜ ਬਹੁਤ ਸਾਰੇ, ਕੋਈ ਗੱਗੋ ਬੂਹੇ ਤੋਂ ਚੱਲ ਕੇ ਆਇਆ, ਬੇਅੰਤ ਸੰਗਤਾਂ ਆਈਆਂ ਨੇ। ਇੱਧਰ ਮਾਲਵੇ ਵਿੱਚੋਂ ਮਹਾਰਾਜ ਕੋਈ ਬਠਿੰਡੇ ਤੋਂ ਆਇਆ ਹੈ, ਕੋਈ ਸ੍ਰੀ ਮੁਕਤਸਰ ਸਾਹਿਬ ਦੇ ਖਿਦਰਾਣੇ ਦੀ ਢਾਬ ਦੇ ਇਲਾਕੇ ਤੋਂ ਚੱਲ ਕੇ ਆਏ ਨੇ ਸਿੱਖ। ਇੱਧਰ ਦੁਆਬੇ ਤੋਂ ਮਹਾਰਾਜ ਕੋਈ ਜਲੰਧਰ ਤੋਂ ਆਇਆ, ਕੋਈ ਲੁਧਿਆਣੇ ਤੋਂ ਆਇਆ ਹੈ, ਕੋਈ ਮਹਾਰਾਜ ਸੱਚੇ ਪਾਤਸ਼ਾਹ ਜੀ ਹੁਸ਼ਿਆਰਪੁਰ ਦੇ ਇਲਾਕੇ ਤੋਂ ਚੱਲ ਕੇ ਆਇਆ ਹੈ। ਏਦਾਂ ਸਤਿਗੁਰੂ ਜੀ ਇਹ ਸਾਰੇ ਯੋਧੇ ਅਸੀਂ ਇਕੱਠੇ ਹੋ ਕੇ ਆਏ ਹਾਂ, ਤੁਹਾਡੀ ਸ਼ਰਨ ਦੇ ਵਿੱਚ ਆ ਕੇ ਤੁਹਾਡੇ ਕੋਲ ਭਰਤੀ ਹੋ ਕੇ ਨਾਲੇ ਤੁਹਾਡੇ ਦਰਸ਼ਨ ਕਰਾਂਗੇ, ਨਾਲੇ ਸਾਡੀ ਉਪਜੀਵਕਾ ਚੱਲੇਗੀ। ਆਨ ਹਜ਼ੂਰ ਕਰੀ ਅਰਦਾਸ, ਮਹਾਰਾਜ ਅਸੀਂ ਆਪ ਜੀ ਦੀਆਂ ਫੌਜਾਂ ਵਿੱਚ ਭਰਤੀ ਹੋਣਾ ਚਾਹੁੰਦੇ ਆ। ਆਪ ਜੀ ਦਾ ਹੁਕਮ ਹੈ ਵੀ ਜਿਹੜੇ ਨੌਜਵਾਨ ਨੇ ਉਹ ਆ ਕੇ ਸਾਡੇ ਕੋਲ ਭਰਤੀ ਹੋਣ। ਇਸ ਕਰਕੇ ਅਸੀਂ ਆਪ ਜੀ ਦੇ ਕੋਲ ਚੱਲ ਕੇ ਆਏ ਹਾਂ, ਸਾਡੇ ਤੇ ਕਿਰਪਾ ਕਰੋ। ਬਿਤ ਇਤ ਚੈਤ ਰਹਿਤ ਤੁਮ ਪਾਸ, ਮਹਾਰਾਜ ਅਸੀਂ ਤਨਖਾਹ ਤੇ ਤੁਹਾਡੇ ਕੋਲ ਰਹਿਣਾ ਚਾਹੁੰਦੇ ਆ, ਵੀ ਨਾਲੇ ਭਰਤੀ ਹੋਵਾਂਗੇ, ਨਾਲੇ ਸਾਨੂੰ ਸਾਰਿਆਂ ਨੂੰ ਤਨਖਾਹ ਮਿਲੇਗੀ, ਜਿਹਦੇ ਨਾਲ ਅਸੀਂ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰਾਂਗੇ। ਤਬ ਸਤਿਗੁਰ ਨੇ ਸਭ ਵਿਦ ਜਾਨੀ, ਜਦੋਂ ਇਹਨਾਂ 400 ਸੂਰਮਿਆਂ ਵੱਲ ਮਹਾਰਾਜ ਛੇਵੇਂ ਪਾਤਸ਼ਾਹ ਨੇ ਵੇਖਿਆ, ਮੇਰੀ ਪੀਰੀ ਦੇ ਮਾਲਕ ਸਤਿਗੁਰੂ ਜਾਣੀ ਜਾਣ ਗੁਰੂ ਹਰਗੋਬਿੰਦ ਸਾਹਿਬ ਜੀ ਜਾਣ ਗਏ। ਜਨਮ ਤਰਿਓ ਸੁਰ ਗਨ ਜਗਿਆਨੀ, ਮਹਾਰਾਜ ਜੀ ਸਮਝ ਗਏ ਵੀ ਇਹ ਉਹ ਨੇ ਸਾਰੇ ਦੇਵਤੇ ਧਰਤੀ ਤੇ ਜਨਮ ਲੈ ਕੇ ਆਏ ਨੇ,
ਜਿਨ੍ਹਾਂ ਨੇ ਸਾਡੇ ਨਾਲ ਰਲ ਕੇ ਮਲੇਛਾਂ ਨਾਲ ਜੰਗ ਲੜਨਾ ਹੈ। ਸਤਿ ਸ੍ਰੀ ਅਕਾਲ। ਇਹ ਦੇਵ ਨੇ ਜਿਹੜੇ ਇਸ ਧਰਤੀ ਤੇ ਜਨਮ ਧਾਰ ਕੇ ਆਏ ਹਨ। ਬ੍ਰਿੰਦ ਗ੍ਰਾਮਪੁਰ ਮੈਂ ਸਮੁਦਾਏ, ਅਨੇਕਾਂ ਪਿੰਡਾਂ ਗ੍ਰਾਮਾਂ ਸ਼ਹਿਰਾਂ ਦੇ ਵਿੱਚ ਜਨਮੇ ਹਨ। ਬਹੁ ਜਾਤਨ ਕੇ ਘਰ ਜਨਮਾਏ, ਕਈ ਜਾਤੀਆਂ ਬਰਾਦਰੀਆਂ ਦੇ ਲੋਕਾਂ ਦੇ ਘਰਾਂ ਵਿੱਚ ਜਨਮੇ ਹਨ। ਤਿਜ ਬਾਹਜ ਬਿਟ ਸ਼ੂਦਰਨ ਤਾਮੋ, ਕੋਈ ਬ੍ਰਾਹਮਣ ਦੇ ਘਰੇ ਜਨਮਿਆ ਤੇ ਕੋਈ ਖੱਤਰੀ ਦੇ ਘਰੇ ਜਨਮਿਆ ਤੇ ਕੋਈ ਵੈਸ਼ ਦੇ, ਕੋਈ ਸ਼ੂਦਰ ਦੇ, ਕੋਈ ਲੁਹਾਰਾਂ ਦੇ, ਕੋਈ ਤਰਖਾਣਾਂ ਦੇ। ਇਸੇ ਤਰ੍ਹਾਂ ਕੋਈ ਅਨੇਕ ਪ੍ਰਕਾਰ ਦੀਆਂ ਜਿਹੜੀਆਂ ਜਾਤੀਆਂ ਹਨ, ਉਹਨਾਂ ਜਾਤੀਆਂ ਦੇ ਵਿੱਚ ਇਹ ਜਨਮ ਲੈ ਕੇ ਉਹਨਾਂ ਪਰਿਵਾਰਾਂ ਵਿੱਚ ਆਏ ਹਨ। ਲੀਨਸ ਜਨਮ ਹਮਾਰੇ ਕਾਮੋ, ਇਹ ਸਾਡੇ ਕਾਰਜ ਵਾਸਤੇ ਜਨਮ ਲੈ ਕੇ ਆਏ ਨੇ। ਦੇਵਤੇ ਨੇ ਜਿਹੜੇ ਧਰਤੀ ਤੇ ਉਤਰੇ ਹਨ। ਸੋ ਅਬ ਸੁਧ ਕਰ ਸਭ ਚਲ ਆਏ। ਹੁਣ ਜਦੋਂ ਇਹਨਾਂ ਨੂੰ ਖਬਰ ਹੋਈ ਹੈ ਕਿ ਅਸੀਂ ਸ਼ਸਤਰ ਧਾਰ ਲਏ ਨੇ, ਅਸੀਂ ਫੌਜ ਭਰਤੀ ਕਰਨੀ ਹੈ, ਇਹ ਸੁਣ ਕੇ ਸਾਰੇ ਇਕੱਠੇ ਹੋ ਕੇ ਆ ਗਏ ਨੇ ਸਾਡੀ ਸ਼ਰਨ ਵਿੱਚ। ਹਨੇ ਤੁਰਕ ਗਨ ਜੰਗ ਮਚਾਏ, ਕਿਉਂਕਿ ਇਹਨਾਂ ਨੂੰ ਪਤਾ ਹੈ ਹੁਣ ਕਿ ਆਉਣ ਵਾਲੇ ਸਮੇਂ 'ਚ ਅਸੀਂ ਜੰਗ ਯੁੱਧ ਰਚਣੇ ਨੇ, ਔਰ ਜਿਸ ਜੰਗ ਯੁੱਧ ਵਿੱਚ ਮਲੇਛਾਂ ਤੇ ਤੁਰਕਾਂ ਦਾ ਨਾਸ਼ ਕਰਨਾ ਹੈ। ਕਰਿਓ ਹੁਕਮ ਸਭ ਇਨ ਲਿਓ ਰਾਖ, ਸਤਿਗੁਰੂ ਜੀ ਨੇ ਹੁਕਮ ਕੀਤਾ ਵੀ ਇਹਨਾਂ 400 ਦੇ 400 ਸੂਰਮਿਆਂ ਨੂੰ ਭਰਤੀ ਕਰ ਲਓ, ਇਹਨਾਂ ਦੇ ਹੁਲੀਏ ਲਿਖ ਲਓ। ਅੱਜ ਕੱਲ ਤਾਂ ਫੋਟੋਆਂ ਖਿੱਚੀਆਂ ਜਾਂਦੀਆਂ, ਉਦੋਂ ਮੁਹਾਂਦਰਾ ਲਿਖਿਆ ਜਾਂਦਾ ਸੀ, ਹੁਲੀਆ ਲਿਖਿਆ ਜਾਂਦਾ ਸੀ ਵੀ ਅੱਖਾਂ ਕਿਹੋ ਜਿਹੇ ਰੰਗ ਹੈ, ਚਿਹਰਾ ਕਿਹੋ ਜਿਹਾ ਹੈ, ਇਹੀ ਨਿਸ਼ਾਨੀ ਹੁੰਦੀ ਸੀ। ਸਰੀਰ ਤੇ ਕਿਹਦਾ ਕੋਈ ਮਾਰਕ ਲੱਗਾ ਹੈ ਜਾਂ ਫਿਰ ਕੱਦ ਕਾਠੀ ਕਿੰਨੀ ਕੁ ਹੈ, ਉਹ ਸਾਰਾ ਵੇਖਿਆ ਜਾਂਦਾ ਸੀ। ਮਹਾਰਾਜ ਜੀ ਨੇ ਆਖਿਆ ਇਹਨਾਂ ਦੇ ਹੁਲੀਏ ਲਿਖ ਕੇ ਜਥਾ ਸ਼ਕਤ ਜਿਹਦੀ ਜਿੰਨੀ ਤਨਖਾਹ ਬਣਦੀ ਆ ਉਹਦੇ ਮੁਤਾਬਕ ਇਹਨਾਂ ਨੂੰ ਤਨਖਾਹਾਂ ਦਿੱਤੀਆਂ ਜਾਣ, ਔਰ ਗੁਰੂ ਕੀ ਫੌਜ ਦੇ ਵਿੱਚ ਇਹਨਾਂ ਨੂੰ ਸਿਪਾਹੀਆਂ 'ਚ ਭਰਤੀ ਕਰ ਲਿਆ ਜਾਵੇ। ਦੀਗ ਬਿਖੈ ਦਿਓ ਭੋਜਨ ਪਾਕ, ਔਰ ਲੰਗਰ ਵਿੱਚ ਹੁਕਮ ਕਰ ਦਿੱਤਾ ਵੀ ਇਹਨਾਂ ਨੂੰ ਖੁੱਲਾ ਲੰਗਰ ਦੇਣਾ ਛਕਣ ਵਾਸਤੇ, ਕਿਉਂਕਿ ਜਦੋਂ ਖੁੱਲਾ ਛਕਣਗੇ ਤੇ ਫਿਰ ਤਾਂ ਹੀ ਸਰੀਰ ਬਲੀ ਹੋਣਗੇ, ਕਸਰਤ ਕਰਨਗੇ, ਮਿਹਨਤ ਕਰਨਗੇ, ਜੰਗ ਯੁੱਧ ਲੜਨਗੇ। ਨਿਕਟ ਬੁਲਾਏ ਬਿਲੋਕਨ ਕਰੇ, ਉਹ ਜਿਹੜੇ 400 ਸੂਰਮਾ ਆਇਆ ਨਾ ਸਤਿਗੁਰਾਂ ਦੇ ਕੋਲ ਜਵਾਨ, ਮਹਾਰਾਜ ਜੀ ਕੱਲੇ ਕੱਲੇ ਨੂੰ ਕੋਲ ਸੱਦ ਕੇ ਤੇ ਬੁਲਾ ਕੇ ਵੇਖਦੇ ਨੇ ਉਹਨਾਂ ਵੱਲ। ਨਹੀਂ ਬੈਸ ਸਭ ਕੀ ਬਲ ਭਰੇ, ਵੇਖਦੇ ਨੇ ਵੀ ਸਾਰੇ ਨਵੀਂ ਉਮਰ ਦੇ ਹੀ ਨੇ, ਕੋਈ ਪੁਰਾਣੀ ਉਮਰ ਦਾ ਨਹੀਂ ਹੈ, ਸਾਰੇ ਨਵੀਂ ਉਮਰ ਦੇ ਹੀ ਨੇ। ਕਈਆਂ ਦੇ ਸਰੀਰਾਂ 'ਚ ਹਾਲੇ ਬਲ ਭਰ ਰਿਹਾ ਤੇ ਕਈਆਂ ਦੇ ਸਰੀਰਾਂ ਵਿੱਚ ਬਲ ਭਰ ਚੁੱਕਾ ਹੈ। ਕਿਸ ਕੇ ਸ਼ਮਸ ਅਲਪਈ ਆਈ, ਹਾਲੇ ਨਵੀਂ ਉਮਰ ਦੇ ਸਨ, ਕਿਸੇ ਦੇ ਹਾਲੇ ਥੋੜਾ ਥੋੜਾ ਦਾੜਾ ਉਤਰਿਆ, ਬਹੁਤਾ ਦਾੜਾ ਨਹੀਂ, ਕਹਿੰਦੇ ਥੋੜਾ ਥੋੜਾ ਦਾੜਾ ਉਤਰਿਆ ਕਈ ਸੂਰਮਿਆਂ ਦੇ। ਕਿਸ ਕੇ ਨਹਿ ਇੱਕ ਸਮ ਸਮੁਦਾਈ, ਕਹਿੰਦੇ ਕਈ ਤਾਂ ਐਸੇ ਵੀ ਨੇ ਹਾਲੇ ਦਾੜਾ ਉਤਰਿਆ ਹੀ ਨਹੀਂ, ਤੇ ਕਈਆਂ ਦੇ ਹਾਲੇ ਕੇਵਲ ਠੋਡੀ ਦੇ ਉੱਤੇ ਥੋੜੇ ਥੋੜੇ ਲੂਏ ਜੇ ਕੇਸ ਜਿਹੜੇ ਨੇ ਉਹ ਨਜ਼ਰ ਆਉਂਦੇ ਹਨ। 20-25 ਸਨ ਬੈਸ ਸਰੀਰ, ਕਿੰਨੇ ਕੁ ਉਮਰ ਆ ਇਹਨਾਂ ਦੀ? 20 ਸਾਲ ਤੋਂ ਲੈ ਕੇ 25 ਸਾਲ ਦੀ ਉਮਰ ਦੇ ਵਿਚਕਾਰ, ਕਈ 17-18 ਸਾਲ ਦੇ ਵੀ ਨੇ। ਜ਼ਿਆਦਾ ਜਿਹੜੇ ਇਹਨਾਂ ਵਿੱਚ ਸੂਰਮੇ ਨੇ ਉਹ 20 ਸਾਲ ਤੋਂ 25 ਸਾਲ ਤੱਕ ਦੀ ਉਮਰ ਦੇ ਹਨ। ਸ਼ਸਤਰ ਸੁਬਸਤਰ ਨਹੀਂ ਕਿਸ ਤੀਰ, ਹੁਣ ਇਹ ਜਿਹੜੇ ਸੂਰਮੇ ਆਏ ਨੇ ਇਹਨਾਂ ਕੋਲ ਨਾ ਤਾਂ ਸ਼ਸਤਰ ਨੇ ਨਾ ਚੰਗੇ ਬਸਤਰ ਨੇ, ਕਿਉਂਕਿ ਗਰੀਬ ਪਰਿਵਾਰਾਂ ਚੋਂ ਕੋਈ ਕਿਸੇ ਚੋਂ ਆਇਆ। ਇਹਨਾਂ ਕੋਲ ਨਾ ਕਿਸੇ ਕੋਲ ਸ਼ਸਤਰ ਨੇ ਤੇ ਨਾ ਹੀ ਤਨ ਤੇ ਪਾਉਣ ਲਈ ਚੰਗੇ ਬਸਤਰ ਨੇ। ਸਤਿਗੁਰੂ ਕੱਲੇ ਕੱਲੇ ਨੂੰ ਵੇਖ ਰਹੇ ਨੇ। ਜਿਨ ਕੋ ਤੁਰਕ ਗਵਾਰ ਕਹੰਤੇ, ਇਹ ਉਹ ਲੋਕ ਨੇ ਜਿਹੜੇ ਸਤਿਗੁਰਾਂ ਕੋਲ ਆਏ ਨੇ, ਜਿਨ੍ਹਾਂ ਨੂੰ ਤੁਰਕ ਜਿਹੜੇ ਸਨ ਗਵਾਰ ਦੱਸਦੇ ਸੀ ਵੀ ਇਹਦਾ ਗਵਾਰ ਨੇ। ਇਹਨਾਂ ਨੂੰ ਆਪਣੇ ਕੋਲ ਭਰਤੀ ਨਹੀਂ ਸੀ ਕਰਦੇ, ਕਹਿੰਦੇ ਨਾ ਕਿ ਲੜਨਾ, ਇਹ ਸ਼ੂਦਰ ਬ੍ਰਾਹਮਣਾਂ ਨੇ ਕੀ ਲੜਾਈ ਕਰਨੀ ਹੈ, ਇਹਨਾਂ ਨੂੰ ਗਵਾਰ ਦੱਸਦੇ ਸਨ। ਨਹਿਨ ਚਾਕਰੀ ਹੀਤ ਰਖੰਤੇ, ਔਰ ਜਿਹੜੇ ਤੁਰਕ ਸੀ ਇਹਨਾਂ ਨੂੰ ਆਪਣੇ ਕੋਲ ਨੌਕਰੀ ਤੇ ਨਹੀਂ ਸੀ ਰੱਖਦੇ, ਆਪਣੇ ਕੋਲ ਚਾਕਰੀ ਤੇ ਨਹੀਂ ਸਨ ਰੱਖਦੇ। ਕਹਿੰਦੇ ਨਾ ਸ਼ੂਦਰਾਂ ਵੈਸ਼ਾਂ ਨੇ ਕੀ ਲੜਨਾ, ਹਲਵਾਣ ਵਾਲਿਆਂ ਨੇ, ਇਹ ਭਲਾ ਕੀ ਲੜਨਗੇ। ਇਹਨਾਂ ਨੂੰ ਏਦਾਂ ਗਵਾਰ ਜਾਣ ਕੇ ਆਪਣੇ ਕੋਲ ਭਰਤੀ ਨਹੀਂ ਸੀ ਕਰਦੇ। ਸਭ ਸਤਿਗੁਰ ਸੋ ਰਾਖਨ ਕਰੇ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਨਾ ਸਾਰਿਆਂ ਨੂੰ ਆਪਣੇ ਕੋਲ ਰੱਖਿਆ,
ਸਾਰਿਆਂ ਨੂੰ ਆਪਣੇ ਕੋਲ ਭਰਤੀ ਕੀਤਾ। ਜਿਨ੍ਹਾਂ ਨੂੰ ਗਵਾਰ ਕਹਿ ਕੇ ਛਛਕੇਰ ਦਿੰਦੇ ਸੀ ਤੁਰਕ, ਛੇਵੇਂ ਪਾਤਸ਼ਾਹ ਨੇ ਸਾਰਿਆਂ ਨੂੰ ਆਪਣੇ ਗਲ ਨਾਲ ਲਾਇਆ, ਕਿਉਂਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਗਰੀਬਾਂ ਨੂੰ ਨਿਵਾਜਣ ਵਾਲੇ ਗਰੀਬ ਨਵਾਜ ਹਨ। ਵਸਤਰ ਸ਼ਸਤਰ ਦੇ ਸ਼ੁਭਤਾ ਤਰੇ। ਗੁਰਦੇਵ ਨੇ ਹੁਕਮ ਕੀਤਾ, ਜਿੰਨੇ ਸੂਰਮੇ ਆਏ ਐ ਇਹਨਾਂ ਸਾਰਿਆਂ ਨੂੰ ਵਧੀਆ ਵਧੀਆ ਸ਼ਸਤਰ ਦਿਓ, ਖਜ਼ਾਨੇ ਚੋਂ ਕੱਢ ਕੇ ਚੰਗੇ ਚੰਗੇ ਵਧੀਆ ਵਧੀਆ ਬਸਤਰ ਦਿਓ ਪਹਿਨਣ ਵਾਸਤੇ। ਰਹਿਣ ਲਗੇ ਸਤਿਗੁਰ ਕੇ ਤੀਰ। ਸਤਿਗੁਰੂ ਜੀ ਨੇ ਵਧੀਆ ਸ਼ਸਤਰ ਵਧੀਆ ਬਸਤਰ ਇਹਨਾਂ ਨੂੰ ਪ੍ਰਦਾਨ ਕੀਤੇ। ਇਹ ਹੁਣ ਸਤਿਗੁਰੂ ਜੀ ਦੇ ਕੋਲ ਹੀ ਰਹਿਣ ਲੱਗੇ। ਆਯੁਧ ਵਿਦਿਆ ਨਿਤ ਕਰ ਵੀਰ। ਧੰਨ ਗੁਰੂ ਹਰਗੋਬਿੰਦ ਸਾਹਿਬ ਜਿੱਥੇ ਆਪ ਸ਼ਸਤਰ ਵਿਦਿਆ ਦਾ ਰੋਜ਼ ਅਭਿਆਸ ਕਰਦੇ, ਇਹਨਾਂ ਨੂੰ ਵੀ ਕਰਾਉਂਦੇ। ਇਹਨਾਂ ਨੂੰ ਸ਼ਸਤਰ ਵਿਦਿਆ ਮਹਾਰਾਜ ਸੱਚੇ ਪਾਤਸ਼ਾਹ ਸਿਖਾਉਂਦੇ। ਖਾਲਸਾ ਜੀ ਸਮੁੱਚੇ ਪੰਥ ਵਿੱਚ ਜਿਹੜੀ ਹੁਣ ਤਾਈਂ ਸ਼ਸਤਰ ਵਿਦਿਆ ਸਾਡੇ ਕੋਲ ਹੈ, ਇਹ ਸ਼ਸਤਰ ਵਿਦਿਆ ਦੇ ਦਾਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਹਨ। ਤੇ ਛੇਵੇਂ ਪਾਤਸ਼ਾਹ ਨੂੰ ਇਹ ਸ਼ਸਤਰ ਵਿਦਿਆ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਸੀ। ਤੋ ਛੇਵੇਂ ਗੁਰਦੇਵ ਆਪ ਇਹਨਾਂ ਸਾਰੇ ਯੋਧਿਆਂ ਨੂੰ ਆਪਣੇ ਹੱਥੀਂ ਸ਼ਸਤਰ ਵਿਦਿਆ ਸਿਖਾਉਂਦੇ। ਤਲਵਾਰ ਕਿਵੇਂ ਚਲਾਉਣੀ ਹੈ, ਬਰਛਾ ਕਿਵੇਂ ਚਲਾਉਣਾ ਹੈ, ਬੰਦੂਕ ਕਿਵੇਂ ਚਲਾਉਣੀ ਹੈ, ਤੀਰ ਕਮਾਨ ਕਿਵੇਂ ਚਲਾਉਣਾ ਹੈ, ਏਦਾਂ ਇਹ ਸਾਰੀ ਸ਼ਸਤਰ ਵਿਦਿਆ ਸਤਿਗੁਰੂ ਜੀ ਆਪ ਬਖਸ਼ਦੇ ਹਨ। ਖੰਡੇ ਖੜਗ ਤੁਫੰਗ ਕਮਾਨ। ਖੰਡਾ ਕਿਵੇਂ ਚਲਾਉਣਾ, ਤਲਵਾਰ ਦੇ ਵਾਰ ਕਿਹੜੇ ਹੁੰਦੇ ਨੇ, ਬਰਛੇ ਦੇ ਵਾਰ ਕਿਹੜੇ ਹੁੰਦੇ ਨੇ, ਚੱਕਰ ਕਿਵੇਂ ਚਲਾਉਣਾ ਹੈ। ਇਸ ਤਰ੍ਹਾਂ ਗੁਰੂ ਖਾਲਸਾ ਜੀ ਹੋਰ ਬੰਦੂਕ ਆਦਿਕ ਚਲਾਉਣ ਦੀ ਵਿਦਿਆ। ਸਭ ਕੋ ਦੇ ਕੀਨੇ ਸਵਧਾਨ। ਇਹ ਵਿਦਿਆ ਸਤਿਗੁਰੂ ਜੀ ਨੇ ਨਾ ਸਾਰੇ ਯੋਧਿਆਂ ਨੂੰ ਬਖਸ਼ਿਸ਼ ਕੀਤੀ ਹੈ, ਔਰ ਇਹ ਵਿਦਿਆ ਦੇ ਕੇ ਸਭ ਨੂੰ ਸਾਵਧਾਨ ਕੀਤਾ। ਸਭ ਨੂੰ ਹੁਕਮ ਕੀਤਾ ਵੀ ਰੋਜ਼ਾਨਾ ਸ਼ਸਤਰ ਵਿਦਿਆ ਦਾ ਅਭਿਆਸ ਵੱਧ ਤੋਂ ਵੱਧ ਕਰਨਾ ਹੈ। ਬੋਰੋ ਬਖਸ਼ੇ ਸਭਨ ਤੁਰੰਗ। ਫਿਰ ਸਤਿਗੁਰੂ ਜੀ ਨੇ ਸਾਰਿਆਂ ਨੂੰ ਘੋੜੇ ਬਖਸ਼ਿਸ਼ ਕੀਤੇ ਬੜੇ ਬੜੇ ਵਧੀਆ। ਜਿੱਥੇ ਚੰਗੇ ਸ਼ਸਤਰ ਦਿੱਤੇ, ਉਥੇ ਚੰਗੇ ਚੰਗੇ ਘੋੜੇ ਮਹਾਰਾਜ ਛੇਵੇਂ ਪਾਤਸ਼ਾਹ ਨੇ ਬਖਸ਼ੇ ਨੇ। ਹੋਏ ਅਸਵਾਰ ਚੜੇ ਨਿਤ ਸੰਗ। ਇਹ ਸੂਰਮੇ ਘੋੜਿਆਂ ਤੇ ਸਵਾਰ ਹੋ ਕੇ, ਜਿਨ੍ਹਾਂ ਨੂੰ ਕਦੇ ਘਰਾਂ 'ਚ ਘੋੜੇ ਨਸੀਬ ਨਹੀਂ ਸਨ ਹੁੰਦੇ, ਜਿਨ੍ਹਾਂ ਨੂੰ ਕਦੇ ਘਰਾਂ 'ਚ ਸ਼ਸਤਰ ਰੱਖਣ ਦੀ ਆਗਿਆ ਨਹੀਂ ਸੀ, ਛੇਵੇਂ ਪਾਤਸ਼ਾਹ ਨੇ ਉਹਨਾਂ ਨੂੰ ਘੋੜੇ ਬਖਸ਼ੇ, ਸ਼ਸਤਰ ਬਖਸ਼ ਕੇ ਬਾਦਸ਼ਾਹੀਆਂ ਬਖਸ਼ੀਆਂ। ਔਰ ਉਹ ਜਦੋਂ ਸਤਿਗੁਰੂ ਜੀ ਘੋੜੇ ਤੇ ਚੜ ਕੇ ਜਾਂਦੇ, ਮਹਾਰਾਜ ਜੀ ਦੇ ਨਾਲ ਘੋੜ ਸਵਾਰੀ ਕਰਦੇ ਹਨ। ਵਹਿਰ ਅਖੇਰ ਗੁਰੂ ਜਬ ਜਾਵੇਂ। ਜਦੋਂ ਸਤਿਗੁਰੂ ਜੀ ਬਾਹਰ ਸ਼ਿਕਾਰ ਖੇਡਣ ਲਈ ਜਾਂਦੇ ਹਨ, ਆਯੁਧ ਵਿਦਿਆ ਤਿਨੇ ਸਿਖਾਵੇਂ। ਨਾਲੇ ਸਤਿਗੁਰਾਂ ਦੇ ਸਮੇਤ ਇਹ ਸ਼ਿਕਾਰ ਖੇਡਦੇ, ਨਾਲੇ ਸਤਿਗੁਰੂ ਇਹਨਾਂ ਨੂੰ ਸ਼ਸਤਰ ਵਿਦਿਆ ਸਿਖਾਉਂਦੇ ਵੀ ਘੋੜੇ ਤੇ ਬਹਿ ਕੇ ਤਲਵਾਰ ਕਿਵੇਂ ਚਲਾਉਣੀ, ਬਰਛਾ ਕਿਵੇਂ ਚਲਾਉਣਾ, ਤੀਰ ਕਿਵੇਂ ਚਲਾਉਣਾ, ਬੰਦੂਕ ਕਿਵੇਂ ਚਲਾਉਣੀ ਹੈ। ਇਹ ਸਾਰੀ ਵਿਦਿਆ ਮਹਾਰਾਜ ਜੀ ਇਹਨਾਂ ਨੂੰ ਸਿਖਾਉਂਦੇ ਹਨ। ਦਿਨ ਪ੍ਰਤ ਵੈਰ ਅਖੀਰ ਕਰਨ ਤੇ। ਦਿਨ ਪ੍ਰਤੀ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਹਰ ਸ਼ਿਕਾਰ ਖੇਡਣ ਜਾਂਦੇ ਹਨ। ਤੀਰ ਤੁਫੰਗਨ ਬ੍ਰਿੰਦ ਛੁਟਨ ਤੇ। ਕਈ ਤੀਰ ਚੱਲਦੇ, ਕਈ ਬੰਦੂਕਾਂ ਦੀਆਂ ਗੋਲੀਆਂ ਰੋਜ਼ਾਨਾ ਦਗਦੀਆਂ ਹਨ। ਬਾਜ ਕੁਹੀ ਜੁਰਰੇ ਵੱਡ ਸਵਾਨ। ਸ਼ਿਕਾਰ ਖੇਡਣ ਲਈ ਮਹਾਰਾਜ ਜੀ ਨੇ ਜਿਹੜੇ ਸ਼ਿਕਾਰੀ ਪੰਛੀ ਨੇ, ਬਾਜ, ਜ਼ੁਰਰੇ, ਕੁਈਆਂ, ਇਹ ਸਭ ਬਾਜਾਂ ਦੀਆਂ ਹੀ ਕਿਸਮਾਂ ਨੇ ਗੁਰੂ ਖਾਲਸਾ ਜੀ। ਜਿਹੜਾ ਬਾਜ ਹੁੰਦਾ ਇਹ ਮਦੀਨ ਹੁੰਦੀ ਹੈ, ਪਰ ਨਾ ਇਹਦਾ ਪੁਲਿੰਗ ਵਰਤਿਆ ਜਾਂਦਾ ਬਾਜ, ਪਰ ਹੁੰਦੀ ਇਹ ਮਦੀਨ ਮਾਦਾ ਹੈ। ਤੋ ਬਾਜ ਤੋਂ ਇਲਾਵਾ ਹੋਰ ਸ਼ਿਕਰੇ, ਜ਼ੁਰਰੇ, ਬਾਸ਼ੇ, ਇਹ ਬਾਜਾਂ ਦੀਆਂ ਬਹੁਤ ਸਾਰੀਆਂ ਕਿਸਮਾਂ ਨੇ ਜਿਹੜੀਆਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਨਾਲ ਰੱਖੀਆਂ ਨੇ। ਜ਼ੁਰਰੇ, ਫਿਰ ਵੱਡ ਸਵਾਨ। ਵੱਡ ਸਵਾਨ ਕਹਿੰਦੇ ਸ਼ਿਕਾਰ ਖੇਡਣ ਵਾਲੇ ਜਿਹੜੇ ਵੱਡੇ ਕੁੱਤੇ ਹਨ, ਉਹ ਮਹਾਰਾਜ ਜੀ ਨੇ ਰੱਖੇ। ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਲਿਖੇ ਆਪਣੀਆਂ ਵਾਰਾਂ 'ਚ, ਮੰਜੀ ਬਹਿ ਸੰਤੋਖ ਦਾ ਕੁੱਤੇ ਰੱਖ ਸ਼ਿਕਾਰ ਖਿਡਾਇਆ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਹੜੇ ਚੰਗੇ ਚੰਗੇ ਬਲਵਾਨ ਸ਼ਿਕਾਰ ਖੇਡਣ ਵਾਲੇ ਕੁੱਤੇ ਉਹ ਰੱਖੇ ਨੇ। ਚੀਤੇ ਸਹਾ ਗੋਸ਼ ਬਲਵਾਨ। ਫਿਰ ਚੀਤੇ ਰੱਖੇ ਨੇ ਸ਼ਿਕਾਰ ਖੇਡਣ ਲਈ। ਚੀਤੇ ਵੀ ਪਾਲੇ ਹਨ, ਇਹ ਵੀ ਪਾਲੇ ਜਾਂਦੇ ਸੀ ਉਹਨਾਂ ਵੇਲਿਆਂ 'ਚ ਸ਼ਿਕਾਰ ਖੇਡਣ ਲਈ। ਚੀਤਿਆਂ ਦੇ ਨਾਲ ਫਿਰ ਜਿਹੜੇ ਸ਼ਾਹ ਗੋਸ਼ ਨਾਮ ਇੱਕ ਸ਼ਿਕਾਰੀ ਜਾਨਵਰ ਹੈ, ਉਹ ਵੀ ਮਹਾਰਾਜ ਜੀ ਨੇ ਰੱਖਿਆ। ਲਗਰ ਝਗਰ ਸ਼ਿਕਰੇ ਗਨ ਸੰਗ। ਲਗਰ, ਇਹ ਵੀ ਬਾਜਾਂ ਦੀਆਂ ਕਿਸਮਾਂ ਨੇ ਸਾਰੀਆਂ। ਲਗਰ, ਝਗਰ,
ਸ਼ਿਕਰੇ, ਇਹ ਬਹੁਤ ਸਾਰੇ ਬਾਜਾਂ ਦੀਆਂ ਕਿਸਮਾਂ ਸ਼ਿਕਾਰੀ ਪੰਛੀ ਨੇ ਨਾਲ। ਕਰੇ ਅਖੀਰ ਤਵਾਏ ਤੁਰੰਗ, ਇਹਨਾਂ ਨੂੰ ਨਾਲ ਲਿਜਾ ਕੇ ਸਤਿਗੁਰੂ ਜੀ ਸ਼ਿਕਾਰ ਖੇਡਦੇ ਤੇ ਘੋੜਾ ਤੇਜ਼ੀ ਨਾਲ ਭਜਾਉਂਦੇ ਹਨ। ਸ਼ਸਤਰ ਤਰਨ ਕੋ ਸੁਜਾਸੇ ਉਦਾਰ, ਸ਼ਸਤਰ ਨੂੰ ਧਾਰਨ ਕਰਨ ਦਾ ਜਿਹੜਾ ਭਾਰੀ ਸੁਜਸ ਹੈ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਗਟ ਕਰਦੇ ਨੇ। ਫੈਲਿਓ ਸਗਰੇ ਦੇਸ਼ ਮਝਾਰ, ਸਾਰੇ ਦੇਸ਼ ਵਿੱਚ ਇਹ ਗੱਲ ਪਸਰ ਗਈ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੀ 6ਵੇਂ ਜਾਮੇ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼ਸਤਰ ਧਾਰਨ ਕਰ ਲਏ ਹਨ। ਸੁਨ ਅਬਦੁਲ ਢਾਡੀ ਚਲ ਆਇਓ, ਕਹਿੰਦੇ ਜਦੋਂ ਇਹ ਸੁਣਿਆ ਨਾ ਵੀ ਸਤਿਗੁਰੂ ਸ਼ਸਤਰ ਧਾਰੀ ਨੇ ਸੂਰਮੇ ਭਰਤੀ ਕਰ ਲਏ ਨੇ, ਸੁਰ ਸਿੰਘ ਨਗਰ ਹੈ ਖਾਲਸਾ ਜੀ ਬਾਬਾ ਬਿਧੀ ਚੰਦ ਸਾਹਿਬ ਜੀ ਦਾ। ਇਸ ਨਗਰ ਦੇ ਰਹਿਣ ਵਾਲੇ 2 ਢਾਡੀ ਸਨ। ਇੱਕ ਦਾ ਨਾਂ ਸੀ ਭਾਈ ਨੱਥਾ ਤੇ ਦੂਜੇ ਦਾ ਨਾਂ ਸੀ ਭਾਈ ਅਬਦੁੱਲਾ। ਇਹ ਚੱਲ ਕੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਬਾਰ 'ਚ ਪਹੁੰਚੇ ਹਨ। ਭਏ ਸੁਪਟ ਤਿਨ ਕੋ ਜਸ ਗਾਇਓ, ਜਦੋਂ ਸਤਿਗੁਰਾਂ ਦੇ ਦਰਬਾਰ 'ਚ ਆਏ ਤੇ ਗੁਰਦੇਵ ਨੇ ਹੁਕਮ ਕੀਤਾ ਢਾਡੀਓ ਵਾਰਾਂ ਗਾਓ ਸੂਰਮਿਆਂ ਦੀਆਂ, ਯੋਧਿਆਂ ਦੀਆਂ। ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਜਿੱਥੇ ਪਹਿਲਾਂ ਕੀਰਤਨ ਦੀਆਂ ਛਹਿਬਰਾਂ ਹੁੰਦੀਆਂ ਸਨ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਢਾਡੀ ਵਾਰਾਂ ਦੀ ਪਰੰਪਰਾ ਸ਼ੁਰੂ ਕੀਤੀ। ਭਾਈ ਨੱਥੇ ਤੇ ਅਬਦੁੱਲੇ ਨੇ ਗੁਰਦੇਵ ਦੇ ਪਾਵਨ ਦਰਬਾਰ 'ਚ ਹਾਜ਼ਰ ਹੋ ਕੇ ਸੂਰਮਿਆਂ ਦੀਆਂ, ਯੋਧਿਆਂ ਦੀਆਂ, ਜਿਹੜੇ ਪਹਿਲਾਂ ਹੋ ਗੁਜਰੇ ਨੇ, ਉਹਨਾਂ ਦੀਆਂ ਵਾਰਾਂ ਗਾਈਆਂ। ਸਭ ਤੋਂ ਪਹਿਲੀ ਵਾਰ ਗਾਈ 2 ਸ਼ਮਸ਼ੀਰਾਂ ਬੱਧੀਆਂ, ਇੱਕ ਮੇਰੀ ਦੀ ਇੱਕ ਪੀਰੀ ਦੀ। ਇਹ ਵਾਰ ਮਹਾਰਾਜ ਜੀ ਦੇ ਦਰਬਾਰ ਵਿੱਚ ਗਾ ਕੇ ਗੁਰਦੇਵ ਗੁਰੂ ਹਰਗੋਬਿੰਦ ਸਾਹਿਬ ਦੀ ਉਪਮਾ ਕੀਤੀ। ਜਿਸ ਕੇ ਸੁਨਤ ਵੀਰ ਰਸ ਜਾਗੇ, ਇਹੋ ਜਿਹੀਆਂ ਵਾਰਾਂ ਯੋਧਿਆਂ ਦੀਆਂ, ਸੂਰਮਿਆਂ ਦੀਆਂ ਗਾਈਆਂ ਭਾਈ ਨੱਥੇ ਤੇ ਅਬਦੁੱਲੇ ਨੇ, ਜਿਨ੍ਹਾਂ ਨੂੰ ਸੁਣ ਕੇ ਸੂਰਮਿਆਂ ਦੇ ਡੌਲੇ ਫਰਕਦੇ ਨੇ, ਸੂਰਮਿਆਂ 'ਚ ਵੀਰ ਰਸ ਭਰਦਾ ਹੈ। ਕਾਇਰ ਸੋਪੇ ਲਰੇ ਨ ਭਾਗੇ, ਕਹਿੰਦੇ ਜਿਹੜੇ ਕਾਇਰ ਘੱਟ ਦਿਲ ਵਾਲੇ ਨੇ, ਜਦੋਂ ਉਹ ਵੀ ਸੂਰਮਿਆਂ ਦੀਆਂ ਵਾਰਾਂ ਸੁਣਦੇ ਆ, ਸੁਣ ਕੇ ਉਹਨਾਂ ਅੰਦਰ ਵੀ ਵੀਰ ਰਸ ਭਰ ਜਾਂਦਾ। ਉਹ ਵੀ ਸੂਰਮੇ ਬਣ ਕੇ, ਯੋਧੇ ਬਣ ਕੇ ਜੰਗ 'ਚ ਲੜਨ ਨੂੰ ਤਿਆਰ ਹੋ ਜਾਂਦੇ ਨੇ। ਨਿਜ ਸੁਭਟਨ ਸੁਨਾਵਨ ਕਾਰਨ, ਆਪਣਿਆਂ ਸੁਭਟਾਂ ਨੂੰ, ਆਪਣਿਆਂ ਯੋਧਿਆਂ ਨੂੰ, ਆਪਣਿਆਂ ਸੂਰਮਿਆਂ ਨੂੰ ਸੁਣਾਉਣ ਲਈ। ਕਰੇ ਜੰਗ ਜੈਸੇ ਵੱਡ ਦਾਰੁਨ, ਕਿ ਕਿਵੇਂ ਜੰਗ ਹੋਏ, ਕਿਵੇਂ ਯੁੱਧ ਹੋਏ, ਪਹਿਲਾਂ ਸਮਿਆਂ ਵਿੱਚ ਸੂਰਮੇ ਲੜੇ ਹਨ। ਅਬਦੁੱਲ ਕੋ ਚਾਕਰ ਕਰ ਰਾਖਿਓ, ਮਹਾਰਾਜ ਜੀ ਨੇ ਭਾਈ ਅਬਦੁੱਲੇ ਨੂੰ ਪ੍ਰੇਰਣਾ ਕੀਤੀ, ਭਾਈ ਅਬਦੁੱਲਾ ਜੀ ਤੁਸੀਂ ਇਹ ਵਾਰਾਂ ਗਾਉਣੀਆਂ ਯੋਧਿਆਂ ਦੀਆਂ। ਬਕਾਇਦਾ ਆਪਣੇ ਕੋਲ ਭਾਈ ਅਬਦੁੱਲੇ ਨੂੰ ਨੌਕਰੀ ਤੇ ਰੱਖ ਲਿਆ ਕਿ ਜਿਵੇਂ ਰਬਾਬੀ ਸਿੱਖ ਕੀਰਤਨ ਕਰਦੇ ਆ ਰੋਜ਼, ਤੁਸੀਂ ਰੋਜ਼ਾਨਾ ਆ ਕੇ ਅਕਾਲ ਤਖਤ ਸਾਹਿਬ ਤੇ ਵਾਰਾਂ ਗਾਇਨ ਕਰਨੀਆਂ ਨੇ, ਸੂਰਮਿਆਂ ਯੋਧਿਆਂ ਦਾ ਇਤਿਹਾਸ ਗਾਇਨ ਕਰਕੇ ਸੁਣਾਉਣਾ ਸਿੱਖਾਂ ਨੂੰ। ਦਰਬ ਦਿਵਾਏ ਮਸੰਦਨ ਪਾਕਿਓ, ਮਸੰਦਾਂ ਨੂੰ ਹੁਕਮ ਕੀਤਾ ਕਿ ਢਾਡੀਆਂ ਨੂੰ ਜਿੰਨੀ ਮਾਇਆ ਆਖਣ ਓਨੀ ਮਾਇਆ ਬਖਸ਼ ਕੇ ਇਹਨਾਂ ਨੂੰ ਨਿਵਾਜਣਾ ਹੈ। ਬਲੀ ਤੁਰੰਗ ਦਿਓ ਹਿਤ ਚਰਬੇ, ਪਾਤਸ਼ਾਹ ਇੰਨੇ ਖੁਸ਼ ਹੋਏ ਜਦੋਂ ਪਹਿਲੇ ਦਿਨ ਇਹਨਾਂ ਨੇ ਆ ਕੇ ਵਾਰਾਂ ਗਾਈਆਂ ਨਾ, ਗੁਰਦੇਵ ਨੇ ਖਜ਼ਾਨਚੀ ਨੂੰ ਆਖਿਆ ਜਾਓ ਤਬੇਲੇ 'ਚੋਂ ਵਧੀਆ ਘੋੜਾ ਲਿਆਓ ਕੱਢ ਕੇ ਭਾਈ ਅਬਦੁੱਲੇ ਨੂੰ ਦਿਓ। ਭਾਈ ਅਬਦੁੱਲਾ ਗੁਰੂ ਹਰਗੋਬਿੰਦ ਸਾਹਿਬ ਦਾ ਢਾਡੀਆ ਘੋੜੇ ਤੇ ਸਵਾਰ ਹੋ ਕੇ ਆਇਆ ਕਰੇ। ਖੁਸ਼ੀ ਦੇ ਨਾਲ ਮਹਾਰਾਜ ਜੀ ਨੇ ਘੋੜਾ ਬਖਸ਼ਿਆ। ਸੁਪਟਨ ਵਾਰ ਸੁਨਾਵਨ ਕਰਬੇ, ਭਾਈ ਅਬਦੁੱਲਾ ਜੀ ਔਰ ਭਾਈ ਨੱਥਾ ਜੀ ਦੋਵੇਂ ਸੁਪਟਾਂ ਦੀਆਂ, ਸੂਰਮਿਆਂ ਦੀਆਂ ਵਾਰਾਂ ਸੁਣਾਉਂਦੇ ਨੇ। ਇਮ ਦਿਨ ਪ੍ਰਤ ਗੁਰ ਸੈਨ ਸਕੇਲੇ, ਇਦਾਂ ਦਿਨ ਪ੍ਰਤੀ ਦਿਨ ਸਤਿਗੁਰੂ ਜੀ ਸੈਨਾ ਇਕੱਤਰ ਕਰ ਰਹੇ ਨੇ, ਫੌਜਾਂ ਭਰਤੀ ਕਰ ਰਹੇ ਨੇ ਰੋਜ਼ਾਨਾ, ਕਦੇ 10 ਕਦੇ 20 ਏਦਾਂ ਸੂਰਮੇ ਭਰਤੀ ਕਰਦੇ ਹਨ। ਸੰਗਤ ਗਨ ਪਹੁੰਚੇ ਕਰ ਮੇਲੇ, ਬੇਅੰਤ ਸੰਗਤਾਂ ਜਦੋਂ ਜੋੜ ਮੇਲਾ ਹੁੰਦਾ ਨਾ, ਕੋਈ ਦੀਵਾਨ ਸਜਦਾ ਮਹਾਰਾਜ ਜੀ ਦਾ, ਜੋੜ ਮੇਲਿਆਂ ਤੇ ਬੇਅੰਤ ਸੰਗਤਾਂ ਚੱਲ ਕੇ ਆਉਂਦੀਆਂ ਨੇ। ਵਧਿਓ ਸਮਾਜ ਅਧਿਕ ਸਭ ਭਾਂਤੀ, ਸਰਬ ਪ੍ਰਕਾਰ ਨਾਲ ਗੁਰੂ ਘਰ ਦਾ ਜਿਹੜਾ ਰਾਜ ਸਾਜ ਹੈ ਉਹ ਵਧਣ ਲੱਗਾ ਹੈ। ਮਹਾਰਾਜ ਜੀ ਦਾ ਤਬੇਲਾ ਵਧ ਰਿਹਾ ਹੈ, ਫੌਜਾਂ ਵਧ ਰਹੀਆਂ ਹਨ। ਸੁਨ ਪਿਕ ਮਾਤਾ ਸੀਤਲ ਛਾਤੀ, ਜਦੋਂ ਮਾਤਾ ਗੰਗਾ ਜੀ ਸੁਣਦੇ ਨੇ, ਵੇਖਦੇ ਨੇ ਗੁਰਦੇਵ ਦਾ ਪ੍ਰਤਾਪ, ਤੋ ਮਾਤਾ ਜੀ ਦਾ ਹਿਰਦਾ ਠੰਡਾ ਹੁੰਦਾ, ਸ਼ੀਤਲ ਹੁੰਦਾ। ਆਏ ਉਪਾਇਨ ਪੂਜਾ ਹੋਤੇ, ਅਨੇਕ ਪ੍ਰਕਾਰ ਦੀਆਂ ਭਟਾਵਾਂ ਆਉਂਦੀਆਂ। ਸਤਿਗੁਰੂ 6ਵੇਂ
ਦੀ ਪੂਜਾ ਹੁੰਦੀ ਹੈ। ਵੱਡ ਪੀਰਨ ਕੇ ਪੀਰ ਉਦੋਤੇ। ਔਰ ਕਿਹਾ ਜਾਂਦਾ ਸਤਿਗੁਰੂ ਛੇਵੇਂ ਪਾਤਸ਼ਾਹ ਵੱਡਿਆਂ ਪੀਰਾਂ ਦੇ ਪੀਰ ਹਨ, ਪੀਰਾਨ ਪੀਰ ਹਨ, ਪੀਰਾਂ ਦੇ ਪੀਰ ਹੋ ਕੇ ਪ੍ਰਗਟ ਹੋ ਰਹੇ ਨੇ। ਚੜੇ ਸੈਨ ਸੰਗ ਸੁਭੱਟ ਪ੍ਰਬੀਨ। ਜਦੋਂ ਸਤਿਗੁਰੂ ਜੀ ਸੈਨਾ ਲੈ ਕੇ ਘੋੜੇ ਤੇ ਚੜ ਕੇ ਚੜਦੇ ਹਨ, ਇਹ ਮੀਰਨ ਕੀ ਮੀਰੀ ਲੀਨ। ਉਦੋਂ ਸਿੱਖ ਕਹਿੰਦੇ ਆ ਆਹ ਸਤਿਗੁਰਾਂ ਨੇ ਮੀਰਾਂ ਦੀ ਮੀਰੀ ਲੈ ਲਈ ਹੈ। ਜਦੋਂ ਤਖਤ ਸਜਾ ਕੇ ਬੈਠਦੇ ਨੇ, ਸੰਗਤ ਨੂੰ ਜੋਗ ਭੋਗ ਚਾਰੇ ਪਦਾਰਥ ਬਖਸ਼ਦੇ ਨੇ, ਉਦੋਂ ਸਿੱਖ ਕਹਿੰਦੇ ਆ ਇਹਨਾਂ ਨੇ ਪੀਰਾਂ ਦੀ ਪੀਰੀ ਹਰ ਲਈ ਹੈ। ਤੇ ਜਦੋਂ ਘੋੜੇ ਤੇ ਸਵਾਰ ਹੋ ਕੇ ਸੈਨਾ ਨੂੰ ਨਾਲ ਲੈ ਕੇ ਪੂਰੇ ਜਾਓ ਜਲਾਲ ਨਾਲ ਚੜ੍ਹਦੇ ਨੇ, ਤਾਂ ਉਦੋਂ ਸਿੱਖ ਕਹਿੰਦੇ ਇਹਨਾਂ ਨੇ ਮੀਰਾਂ ਦੀ ਇਹ ਮੀਰੀ ਲੈ ਲਈ ਹੈ। ਸਤਿ ਸ੍ਰੀ ਅਕਾਲ। ਆਏ ਅਕੋਰੇ ਸ਼ਸਤਰ ਤੁਰੰਗ। ਅਨੇਕ ਤਰ੍ਹਾਂ ਦੀਆਂ ਔਕੌਰਾਂ ਪਿਟਾਵਾਂ ਸ਼ਸਤਰ ਘੋੜੇ ਚੱਲ ਕੇ ਆਉਂਦੇ ਸਤਿਗੁਰਾਂ ਪਾਸ। ਅਧਿਕ ਚਮੋ ਬ੍ਰਿਦਰਤ ਚੱਡ ਸੰਗ। ਸਤਿਗੁਰਾਂ ਦੀ ਫੌਜ ਵੱਧਦੀ ਜਾ ਰਹੀ ਹੈ ਤੇ ਮਹਾਰਾਜ ਜੀ ਦੇ ਨਾਲ ਹੀ ਚੜ੍ਹਦੀ ਹੈ ਸਾਰੀ ਫੌਜ। ਚਲਤ ਅਗਾਰੀ ਬਜੇ ਨਿਸ਼ਾਨਾ। ਸਤਿਗੁਰੂ ਜੀ ਦੇ ਅੱਗੇ ਅੱਗੇ ਨਗਾਰੇ ਵੱਜਦੇ ਜਾਂਦੇ ਹਨ। ਝੰਡਾ ਝੂਲਤ ਖਰੋ ਮਾਨਾ। ਮਹਾਰਾਜ ਜੀ ਦੇ ਘਰ 'ਚ ਨਿਸ਼ਾਨ ਸਾਹਿਬ ਵੀ ਝੂਲਦਾ, ਉੱਚਾ ਨਿਸ਼ਾਨ ਜਦੋਂ ਸਤਿਗੁਰੂ ਚੜ੍ਹਦੇ ਐ ਅੱਗੇ ਅੱਗੇ ਨਿਸ਼ਾਨ ਵੀ ਝੂਲਦਾ ਜਾਂਦਾ ਹੈ। ਦਿਨ ਪ੍ਰਤ ਉਤਸਵ ਹੋਤ ਨਵੀਨੋ। ਇਹ ਤਾਂ ਦਿਨ ਪ੍ਰਤੀ ਦਿਨ ਨਵਾਂ ਹੀ ਉਤਸਵ ਹੁੰਦਾ ਗੁਰੂ ਘਰ 'ਚ, ਰੋਜ਼ ਹੀ ਨਵਾਂ ਹੀ ਚਾਅ, ਨਵਾਂ ਹੀ ਖੇੜਾ, ਨਵਾਂ ਹੀ ਰੰਗ ਹੁੰਦਾ ਹੈ। ਵੱਡੇ ਭਾਗ ਜਿਨ ਦੇਖਨ ਕੀਨੇ। ਵੱਡੇ ਭਾਗ ਨੇ ਉਹਨਾਂ ਦੇ ਜਿਹੜੇ ਰੋਜ਼ ਸਤਿਗੁਰਾਂ ਦੇ ਘਰ ਦੇ ਵਿੱਚ ਆ ਕੇ ਨਿਤ ਨਵਾਂ ਹੀ ਉਤਸਵ ਵੇਖਦੇ ਨੇ। ਉਹਨਾਂ ਦੇ ਭਾਗ ਵੱਡੇ ਨੇ ਜਿਨ੍ਹਾਂ ਨੂੰ ਵੇਖਣਾ ਨਸੀਬ ਹੁੰਦਾ ਹੈ। ਦੀਪ ਮਾਲਕਾ ਬੋਹਰੋ ਆਈ। ਇਹਨੇ ਨੂੰ ਖਾਲਸੀ ਦੀਪਮਾਲਾ ਦਾ ਦਿਨ, ਦੀਵਾਲੀ ਦਾ ਜੋੜ ਮੇਲਾ ਆ ਗਿਆ। ਚੌਂ ਦਿਸ਼ ਤੇ ਸੰਗਤ ਉਮੜਾਈ। ਦੀਪਮਾਲਾ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਚਾਰਾਂ ਦਿਸ਼ਾਵਾਂ ਤੋਂ ਸੰਗਤ ਆਈ ਉਮੜ ਕੇ। ਮੱਜਨ ਕਰੇ ਸੁਦਾਸਰ ਮੇਲੇ। ਸੁਦਾਸਰ ਸ੍ਰੀ ਅੰਮ੍ਰਿਤਸਰ ਸਾਹਿਬ ਆਣ ਕੇ ਸੰਗਤਾਂ ਨੇ ਇਸ਼ਨਾਨ ਪਾਨ ਕੀਤੇ ਔਰ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕੀਤੇ। ਵੱਡੇ ਜੋੜ ਮੇਲੇ ਹੋਏ। ਖਸ਼ਟਮ ਸਤਗੁਰ ਪਿਖੇ ਸੁਹੇਲੇ। ਜਿਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਸਭ ਦਰਸ਼ਨ ਕਰਕੇ ਸੁਖੀ ਹੁੰਦੇ। ਬਾਜੀ ਸ਼ਸਤਰ ਭੇਟ ਲੈ ਹਰਕਤ। ਕੋਈ ਘੋੜਾ ਲੈ ਕੇ ਆਉਂਦਾ, ਕੋਈ ਸ਼ਸਤਰ ਲੈ ਕੇ ਹਾਜ਼ਰ ਹੋ ਰਿਹਾ ਹੈ। ਜਾਂ ਤੇ ਲਿਆਵਤ ਨੀਕੇ ਪਰਖਤ। ਇਸ ਕਰਕੇ ਸਿੱਖ ਬੜੇ ਬੜੇ ਵਧੀਆ ਸ਼ਸਤਰ ਲੈ ਕੇ ਆਉਂਦੇ। ਉਹਨਾਂ ਨੂੰ ਪਤਾ ਹੈ ਕਿ ਸਤਿਗੁਰੂ ਜਦੋਂ ਸ਼ਸਤਰ ਵੇਖਦੇ ਬੜਾ ਖੁਸ਼ ਹੁੰਦੇ ਆ। ਕੋਈ ਚੰਗਾ ਘੋੜਾ ਵੇਖ ਕੇ ਬੜਾ ਖੁਸ਼ ਹੁੰਦੇ। ਸਿੱਖ ਵੀ ਚੁਣ ਚੁਣ ਕੇ ਲਿਆਉਂਦੇ ਹਨ। ਪ੍ਰਿਤਕ ਹੋਤ ਪੂਜਾ ਹਰ ਮੰਦਰ। ਪਹਿਲਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਸੰਗਤਾਂ ਦਰਸ਼ਨ ਦਿਦਾਰੇ ਕਰਦੀਆਂ ਨੇ। ਬੈਠੇ ਤਖਤੇ ਆਪ ਬਨ ਸੁੰਦਰ। ਗੁਰੂ ਹਰਗੋਬਿੰਦ ਸਾਹਿਬ ਵੀ ਪਹਿਲਾਂ ਦਰਬਾਰ ਸਾਹਿਬ ਨਮਸਕਾਰ ਕਰਕੇ ਫਿਰ ਸ੍ਰੀ ਅਕਾਲ ਤਖਤ ਸਾਹਿਬ ਤੇ ਆਣ ਕੇ ਬੈਠਦੇ, ਵੀਰ ਆਸਣ ਤੇ ਬੈਠਦੇ ਨੇ। ਗਨ ਮਸੰਦ ਸੰਗਤ ਸੰਗ ਲੀਏ। ਬਹੁਤ ਸਾਰੀਆਂ ਸੰਗਤਾਂ, ਬਹੁਤ ਸਾਰੇ ਮਸੰਦ ਉਹ ਚੱਲ ਕੇ ਆਉਂਦੇ ਦਰਸ਼ਨਾਂ ਨੂੰ। ਬੰਦਨ ਕਰੇ ਦਰਸ ਚਿਤ ਦੀਏ। ਔਰ ਆ ਕੇ ਮਨ ਭੇਟਾ ਕਰਕੇ ਗੁਰੂ ਚਰਨਾਂ 'ਚ ਆਪਣਾ ਚਿੱਤ ਅਰਪਣ ਕਰਕੇ ਗੁਰੂ ਚਰਨਾਂ 'ਚ ਫਿਰ ਬੰਦਨਾ ਕਰਦੇ ਨੇ। ਦੱਖਣ ਦਿਸ਼ ਤੇ ਕਿਸਮਈ ਪਾਲਾ। ਕਹਿੰਦੇ ਦੱਖਣ ਦਿਸ਼ਾ ਦੇ ਵਿੱਚੋਂ ਕਿਸੇ ਰਾਜੇ ਨੇ ਜਿਹੜਾ ਗੁਰੂ ਘਰ ਦਾ ਸ਼ਰਧਾਲੂ ਸੀ, ਇੱਕ ਗੱਜ ਭੇਜਿਓ ਬਲੀ ਬਿਸਾਲਾ। ਉਹਨੇ ਇੱਕ ਬੜਾ ਵਧੀਆ ਹਾਥੀ ਭੇਜਿਆ ਸਤਿਗੁਰਾਂ ਲਈ ਕਿ ਸਤਿਗੁਰੂ ਜੀ ਦਾ ਬਾਦਸ਼ਾਹੀ ਠਾਠ ਹੈ ਤੇ ਹਾਥੀ ਤੇ ਚੜਿਆ ਕਰਨ। ਦੱਖਣ ਦਿਸ਼ਾ ਦਾ ਇੱਕ ਰਾਜਾ ਸੀ, ਉਹਨੇ ਬੜੀ ਸ਼ਰਧਾ ਨਾਲ ਗੁਰਦੇਵ ਦੇ ਚਰਨਾਂ 'ਚ, ਇਹ ਪਹਿਲਾ ਹਾਥੀ ਹੈ ਜਿਹੜਾ ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰ ਹੋਇਆ। ਸ਼ਸਤਰ ਤੁਰੰਗ ਬ੍ਰਿੰਦ ਤਬੇ ਆਏ। ਹਾਥੀ ਦੇ ਨਾਲ ਉਹਨੇ ਘੋੜੇ ਵੀ ਭੇਜੇ 5 ਬੜੇ ਵਧੀਆ, ਤੇ ਨਾਲ ਬਹੁਤ ਸੋਹਣੇ ਕੀਮਤੀ ਸ਼ਸਤਰ ਭੇਜੇ। ਉਰੇ ਪਾਵਨੀ ਗੁਰੇ ਅਰ ਪਾਏ। ਔਰ ਆਪਣੀ ਭਾਵਨਾ ਨੂੰ ਪੂਰਿਆਂ ਕਰਨ ਵਾਸਤੇ ਗੁਰੂ ਚਰਨਾਂ 'ਚ ਚੀਜ਼ਾਂ ਅਰਪਣ ਕੀਤੀਆਂ। ਸ਼੍ਰੀ ਹਰਗੋਬਿੰਦ ਹਿਰਦੇ ਵਿਚਾਰੇ। ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਹਾਥੀ ਘੋੜੇ ਤੇ ਸ਼ਸਤਰ ਵੇਖੇ, ਵੇਖ ਕੇ ਸਤਿਗੁਰੂ ਜੀ ਆਪਣੇ ਹਿਰਦੇ 'ਚ ਵਿਚਾਰ ਕਰਦੇ ਨੇ। ਸਿੱਖਨ ਵਿਖੇ ਰੀਤ ਅਬ ਡਾਰੇ। ਕਿ ਹੁਣ ਸਿੱਖਾਂ ਵਿੱਚ ਇਹ ਮਰਿਆਦਾ ਚਲਾਈਏ
ਸਿੱਖਾਂ ਵਿੱਚ ਇਹ ਰੀਤ ਚਲਾਈਏ ਤਿਸ ਕਾਰਨ ਤੇ ਬਾਕੀ ਉਚਾਰਾ ਕਿ ਸਿੱਖਾਂ ਵਿੱਚ ਇੱਕ ਪਿਰਤ ਚਲਾਉਣ ਲਈ, ਮਰਿਆਦਾ ਚਲਾਉਣ ਲਈ, ਸਿੱਖਾਂ ਦੇ ਵਿੱਚ ਇੱਕ ਦੂਜੇ ਪ੍ਰਤੀ ਭਾਵਨਾ ਪੈਦਾ ਕਰਨ ਲਈ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵਿਚਾਰ ਕੀਤੀ ਤੇ ਕਹਿਣ ਲੱਗੇ, ਗੁਰੂ ਪਿਤਾ ਹਿਤ ਕੀਜੇ ਤਿਆਰਾ। ਕਹਿਣ ਲੱਗੇ ਕਿ ਆ ਜਿਹੜਾ ਹਾਥੀ ਤੇ 5 ਘੋੜੇ ਆਏ ਨੇ, ਇਹ ਸਤਿਗੁਰੂ ਜੀ ਦੇ ਵਾਸਤੇ ਪਿਤਾ ਜੀ ਸੱਚਖੰਡ ਗਏ ਆ, ਧੰਨ ਗੁਰੂ ਅਰਜਨ ਦੇਵ ਸਾਹਿਬ, ਉਹਨਾਂ ਦੇ ਨਿਮਿਤੇ ਸਾਰੀਆਂ ਚੀਜ਼ਾਂ ਤਿਆਰ ਕਰੋ। ਹਾਥੀ ਤੇ ਘੋੜੇ ਦਾਨ ਕਰਨੇ ਹਨ, ਤੇ ਦਾਨ ਵੀ ਸਿੱਖਾਂ ਨੂੰ ਕਰਨਾ, ਇਹ ਨਹੀਂ ਵੀ ਬਾਹਮਣਾਂ ਨੂੰ ਦਾਨ ਕਰਨਾ। ਮਹਾਰਾਜ ਜੀ ਨੇ ਪੰਥ ਵਿੱਚ, ਸਿੱਖਾਂ ਵਿੱਚ ਮਰਿਆਦਾ ਚਲਾਉਣ ਵਾਸਤੇ ਕਿ ਸਿੱਖ ਨੇ ਸਿੱਖ ਨੂੰ ਦਾਨ ਕਰਨਾ, ਇਹ ਪਹਿਲ ਰੱਖਣੀ ਆ ਸਿੱਖ ਦੀ। ਜਦੋਂ ਆਪ ਦੇ ਭਾਈ ਦੇ ਆਪਣੇ ਪਰਿਵਾਰ ਵਿੱਚ ਸક્ષਮ ਹੋ ਗਏ, ਫਿਰ ਦੂਜਿਆਂ ਨੂੰ ਦਾਨ ਕਰਨ ਦੀ ਬਿਰਤੀ ਬਾਅਦ ਵਿੱਚ ਰੱਖਣੀ ਹੈ। ਤੋ ਮਹਾਰਾਜ 6ਵੇਂ ਪਾਤਸ਼ਾਹ ਨੇ ਹੁਕਮ ਕੀਤਾ, ਗੁਰੂ ਪਿਤਾ ਜੀ ਦੇ ਨਿਮਿਤ ਇਹ ਘੋੜੇ ਤੇ ਹਾਥੀ ਤਿਆਰ ਕੀਤੇ ਜਾਣ। ਇਕ ਹਾਥੀ ਅਰ 5 ਤੁਰੰਗਾ, 5 ਘੋੜੇ ਤੇ 1 ਹਾਥੀ। ਸ਼ਸਤਰ ਬਸਤਰ ਬੋ ਵਿਦ ਕੇ ਸੰਗ, ਸੋਹਣੇ ਸ਼ਸਤਰਾਂ ਬਸਤਰਾਂ ਦੇ ਸਹਿਤ ਖਰੇ ਹੋਏ ਕਰ ਤਖਤੇ ਅਗਾਰੀ। ਕਹਿੰਦੇ ਉਹ ਲਿਆ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਨਮੁਖ ਲਿਆ ਕੇ ਖੜੇ ਕੀਤੇ। ਜਦੋਂ ਘੋੜਾ, 5 ਘੋੜੇ, ਹਾਥੀ, ਸੋਹਣੇ ਸ਼ਸਤਰ ਬਸਤਰ ਅਕਾਲ ਤਖਤ ਸਾਹਿਬ ਤੇ ਲਿਆ ਕੇ ਹਾਜ਼ਰ ਕੀਤੇ, ਪਿਤਾ ਧਿਆਨ ਕੋ ਧਰ ਤਿਸ ਬਾਰੀ। ਗੁਰੂ ਹਰਗੋਬਿੰਦ ਸਾਹਿਬ ਨੇ ਪਿਤਾ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਧਿਆਨ ਧਾਰਿਆ। ਲੇਕਰ ਹੁਕਮ ਖਰੋ ਗੁਰਦਾਸ, ਸਤਿਗੁਰੂ ਜੀ ਦਾ ਹੁਕਮ ਲੈ ਕੇ ਭਾਈ ਗੁਰਦਾਸ ਜੀ ਖਲੋਤੇ ਹਨ। ਕਹਿ ਗੁਰੂ ਨਾਮ ਕੀਨੀ ਅਰਦਾਸ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਨਾਮ ਲੈ ਕੇ ਭਾਈ ਗੁਰਦਾਸ ਜੀ ਨੇ ਅਰਦਾਸ ਕੀਤੀ, ਕਿਉਂਕਿ ਅਕਾਲ ਤਖਤ ਸਾਹਿਬ ਦੀ ਜਿਹੜੀ ਸੇਵਾ ਸੰਭਾਲ ਸੀ ਉਹ ਭਾਈ ਗੁਰਦਾਸ ਜੀ ਦੇ ਪਾਸ ਸੀ। ਸੱਚਖੰਡ ਹਰਿਮੰਦਰ ਸਾਹਿਬ ਦੀ ਸੇਵਾ ਸੰਭਾਲ ਬਾਬਾ ਬੁੱਢਾ ਸਾਹਿਬ ਜੀ ਦੇ ਪਾਸ ਸੀ। ਅਰਪੀ ਵਸਤੂ ਲੀਨ ਸੰਭਾਰੀ, ਜਿਹੜੀਆਂ ਉਹ ਵਸਤੂਆਂ ਭੇਟਾ ਕੀਤੀਆਂ ਉਹ ਸੰਭਾਲੀਆਂ ਹਨ। ਗਜ ਢਾਡੀ ਕੋ ਹਿਤੇ ਅਸਵਾਰੀ। ਗੁਰਦੇਵ ਨੇ ਜਿਹੜਾ ਹਾਥੀ ਸੀ ਨਾ, ਉਹ ਭਾਈ ਅਬਦੁੱਲੇ ਤੇ ਭਾਈ ਨੱਥੇ ਨੂੰ ਆਪਣੇ ਕੋਲ ਸੱਦ ਕੇ ਆਖਿਆ, ਲਓ ਭਾਈ ਅਬਦੁੱਲਾ ਜੀ, ਇਹ ਹਾਥੀ ਅਸੀਂ ਤੁਹਾਨੂੰ ਭੇਟਾ ਕਰਦੇ ਆ, ਜਦੋਂ ਸਾਨੂੰ ਵਾਰਾਂ ਸੁਣਾਉਣ ਆਇਆ ਕਰੋ ਘਰੋਂ, ਇਸ ਹਾਥੀ ਤੇ ਸਵਾਰ ਹੋ ਕੇ ਆਇਆ ਕਰੋ, ਪਤਾ ਲੱਗੇ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਢਾਡੀ ਆ ਰਹੇ ਨੇ ਹਾਥੀਆਂ ਤੇ ਸਵਾਰ ਹੋ ਕੇ। ਗਰੀਬ ਨਵਾਜ ਪਾਤਸ਼ਾਹ ਹੁਣ ਦਾ ਭੇਟਾ ਦਿੰਦੇ ਆ ਵੀ ਕਈਆਂ ਨੂੰ ਮਨ 'ਚ ਦੁੱਖ ਆਉਂਦਾ ਵੀ ਕਿਵੇਂ ਦੇਈਏ। 6ਵੇਂ ਪਾਤਸ਼ਾਹ ਹਾਥੀ ਭੇਟ ਕਰ ਰਹੇ ਨੇ। ਹਾਥੀ ਕਿੰਨਾ ਕੀਮਤੀ ਸੀ ਉਹਨਾਂ ਵੇਲਿਆਂ 'ਚ ਹਾਥੀ। ਤੋ ਮਹਾਰਾਜ ਜੀ ਨੇ ਹਾਥੀ ਭੇਟਾ ਕੀਤਾ ਭਾਈ ਅਬਦੁੱਲੇ ਨੂੰ। ਲੈ ਤਿਨ ਸੁਜਸ ਗੁਰੂ ਕੋ ਕਰਿਓ। ਜਦੋਂ ਹਾਥੀ ਮਿਲਿਆ ਭਾਈ ਅਬਦੁੱਲੇ ਨੂੰ, ਲੈ ਕੇ ਉਹਨੇ ਸੁਜਸ ਕੀਤਾ, ਗੁਰੂ ਹਰਗੋਬਿੰਦ ਸਾਹਿਬ ਦੀ ਵਡਿਆਈ ਗਾਈ। ਤੀਨ ਲੋਕਪਤੀ ਪ੍ਰਭੂ ਅਵਤਰਿਓ। ਕਹਿਣ ਲੱਗਾ, ਤਿੰਨਾਂ ਲੋਕਾਂ ਦੇ ਪਤੀ ਪ੍ਰਭੂ ਰੂਪ 'ਚ ਅਵਤਰੇ ਹਨ। ਬੌਰ ਗਏ ਸਤਿਗੁਰ ਹਰ ਮੰਦਰ। ਫਿਰ ਉਹ ਜਿਹੜੇ 5 ਘੋੜੇ ਸੀ ਉਹ ਸਿੱਖਾਂ ਨੂੰ ਬਖਸ਼ਿਸ਼ ਕੀਤੇ ਹਨ। ਫਿਰ ਮਹਾਰਾਜ ਜੀ ਸ੍ਰੀ ਹਰਿਮੰਦਰ ਸਾਹਿਬ ਆਏ। ਵਸਤਰ ਤੁਰੰਗ ਦੀਏ ਬਹੁਤ ਸੁੰਦਰ। ਉਹ ਜਿਹੜੇ ਵਧੀਆ ਵਸਤਰ ਤੇ ਘੋੜੇ ਸਨ ਉਹ ਦਾਨ ਕੀਤੇ। ਸ਼੍ਰੀ ਮੁਕਤੇ ਫੁਰਮਾਵਨ ਕੀਨੇ। ਸਤਿਗੁਰੂ ਜੀ ਨੇ ਆਪਣੇ ਮੁਖੋਂ ਇਹ ਫਰਮਾਨ ਕੀਤਾ, ਜੋ ਇਹ ਰੀਤ ਕਰੇ ਸਿੱਖ ਚੀਨੇ। ਮਹਾਰਾਜ ਜੀ ਕਹਿੰਦੇ ਜਿਹੜੇ ਸਾਡੇ ਸਿੱਖ ਨੇ ਇਹ ਰੀਤ ਪਾਲਨ। ਅਰਪੇ ਵਸਤ ਜੇ ਮਿਰਤਕ ਪਿਛਾਰੀ। ਕਿ ਜਦੋਂ ਕੋਈ ਕਿਸੇ ਦਾ ਵਡੇਰਾ ਚਾਲੇ ਪਾ ਜਾਵੇ ਉਹਦੇ ਨਿਮਿਤ ਦਾਨ ਪੁੰਨ ਕਰੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦਾਨ ਪੁੰਨ ਵੀ ਸਿੱਖਾਂ ਨੂੰ ਕਰੇ। ਇਹ ਗੁਰਦੇਵ ਜੀ ਨੇ ਵਿਧੀ ਵਿਧਾਨ ਚਲਾਇਆ। ਹੋਏ ਅੱਖਾਂ ਫਲ ਬਹੁਤ ਇਸ ਬਾਰੀ। ਪਾਤਸ਼ਾਹ ਕਹਿੰਦੇ ਉਹਨੂੰ ਵੱਡਾ ਭਾਰੀ ਫਲ ਪ੍ਰਾਪਤ ਹੋਵੇਗਾ। ਜਿਹੜਾ ਪ੍ਰਾਣੀ ਚਲਾ ਜਾਂਦਾ ਉਹਨੂੰ ਵੀ ਫਲ ਪ੍ਰਾਪਤ ਹੋਵੇਗਾ। ਪ੍ਰਾਪਤ ਸੁਖ ਪਰ ਲੋਕ ਮਝਾਰਾ। ਪਰਲੋਕ ਵਿੱਚ ਉਹਨੂੰ ਭਾਰੀ ਸੁਖ ਪ੍ਰਾਪਤ ਹੋਵੇਗਾ। ਮਿਟੇ ਸਜਾਏ ਅਗੀ ਹੋਏ ਭਾਰਾ। ਉਹਦੀ ਸਜ਼ਾ ਮਿਟ ਜਾਏਗੀ। ਜੋ ਵੱਡਾ ਪਾਪੀ ਵੀ ਹੋਵੇਗਾ ਉਹਦੇ ਪਾਪ ਬਖਸ਼ੇ ਜਾਣਗੇ। ਕਰੇ ਰੀਤ ਸਿੱਖ ਵੈਜੇ ਹਮਾਰੋ। ਜਿਹੜੇ ਸਾਡੇ ਸਿੱਖ ਨੇ ਉਹ ਇਹ ਮਰਿਆਦਾ ਪਾਲਨ। ਯਥਾ ਸ਼ਕਤ ਅਰਪੇ ਸੁਖ ਭਾਰ। ਯਥਾ ਸ਼ਕਤ ਦਾਨ ਪੁੰਨ ਕਰਨ, ਇਹ ਮਰਿਆਦਾ ਰੱਖਣ। ਨਿਜ ਪਿਤ ਹਿਤ ਕੇ ਮਿਸ ਬਿਦਤਾਈ। ਆਪਣੇ ਪਿਤਾ ਜੀ ਦੇ ਬਹਾਨੇ ਗੁਰਦੇਵ ਨੇ ਮਰਿਆਦਾ ਜਗਤ ਵਿੱਚ ਪ੍ਰਗਟ ਕੀਤੀ ਹੈ। ਜਿਮ ਸਿੱਖਨ ਕੋ ਹੋਏ ਸੁਖਦਾਈ। ਜਿਵੇਂ ਸਿੱਖਾਂ ਨੂੰ ਇਹ ਸੁਖਦਾਈ ਹੋਵੇ। ਤਨ ਤਨ ਸਭ ਹੋਣੇ ਉਚਾਰੀ। ਸਭ ਨੇ
ਆਖਿਆ ਗੁਰੂ ਹਰਗੋਬਿੰਦ ਸਾਹਿਬ ਜੀ ਤੁਸੀਂ ਧੰਨ ਹੋ। ਮਹਾਬਲੀ ਸਤਿਗੁਰੇ ਉਪਕਾਰੀ। ਮਹਾਰਾਜ ਤੁਸੀਂ ਮਹਾਬਲੀ ਹੋ, ਪਰਉਪਕਾਰੀ ਹੋ। ਅਧਿਕ ਚਮੂ ਕੀਨੀ ਨਿਜ ਸੰਗ। ਬਹੁਤ ਸਾਰੀ ਫੌਜ ਮਹਾਰਾਜ ਜੀ ਨੇ ਆਪਣੇ ਨਾਲ ਕੀਤੀ ਹੈ। ਬਖਸ਼ੇ ਆਯੁਧ ਬ੍ਰਿੰਦ ਤੁਰੰਗ। ਬੇਅੰਤ ਘੋੜੇ ਬੇਅੰਤ ਅਸਤਰ ਸ਼ਸਤਰ ਮਹਾਰਾਜ ਜੀ ਰੋਜ਼ ਹੀ ਵੰਡਦੇ ਆਪਣੇ ਸੇਵਕਾਂ ਨੂੰ। ਐਸੇ ਮਹਾਦਾਨੀ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਗੁਰਦੇਵ ਦਾ ਜਸ ਕਥਨ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਦਲ ਪੰਜਨ ਗੁਰ ਸੂਰਮਾ, ਦਲ ਪੰਜਨ ਗੁਰ ਸੂਰਮਾ, ਦਲ ਪੰਜਨ ਗੁਰ ਸੂਰਮਾ, ਦਲ ਪੰਜਨ ਗੁਰ ਸੂਰਮਾ। ਵਡ ਜੋਦਾ ਬਹੁ ਪਾਰੇ ਉਪਕਾਰੀ, ਵਡ ਜੋਦਾ ਬਹੁ ਪਾਰੇ ਉਪਕਾਰੀ। ਜੋਦਾ ਬਹੁ ਪਾਰੇ ਉਪਕਾਰੀ, ਵਡ ਜੋਦਾ ਬਹੁ ਪਾਰੇ ਉਪਕਾਰੀ। ਵਡ ਜੋਧਾ ਬਹੁ ਪਾਰੇ ਉਪਕਾਰੀ, ਵਡ ਜੋਧਾ ਬਹੁ ਪਾਰੇ ਉਪਕਾਰੀ। ਜੋਦਾ ਬਹੁ ਪਾਰੇ ਉਪਕਾਰੀ, ਵਡ ਜੋਦਾ ਬਹੁ ਪਾਰੇ ਉਪਕਾਰੀ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। हे अच्युत हे पार ब्रह्म, नासी अगनास। हे पूरन हे सर्वमय, पंजन गुण तास। हे संगी हे निरंकार, निर्गुण सब टेक। हे गोबिंद हे गुण निधान, हे सदा विवेक। हे अपरंपर हर हरे, हे संतह कै सदा संग। हे ठाकुर हो दासरो, नानक दीजै नाम दान। आए प्रभ शरणागति, एक अखर हर मन बस्त। वाहिगुरु नाम जहाज है, जो शरदा कर सेवंदे। वाहिगुरु नाम जहाज है, जो शरदा कर सेवंदे। वाहिगुरु जी का खालसा, वाहिगुरु जी की फतेह।